ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਅੱਜ ਦੇ ਸ਼ਬਦ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਗੁਰੂ ਸਾਹਿਬ ਸਤਿਗੁਰੂ ਜੀ ਅੱਜ ਦੇ ਸ਼ਬਦ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਤੀਜਾ। ਗੁਰਮੁਖ ਨਾਮ ਮਿਲੈ ਵਡਿਆਈ, ਗੁਰਮੁਖ ਗੁਣ ਗਾਵੇ ਸੁਭਾ ਪਾਈ। ਸਦਾ ਆਨੰਦ ਰਹਿ ਦਿਨ ਰਾਤੀ, ਗੁਰਮੁਖ ਸ਼ਬਦ ਕਰਾਵਣਿਆ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਤੀਸਰੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸਤਿਗੁਰੂ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਮਾਝ ਰਾਗ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 124 ਔਰ 25 ਦੇ ਉੱਪਰ ਸੁਭਾਏਮਾਨ ਹੈ। ਇਸ ਪਾਵਨ ਸ਼ਬਦ ਦੇ ਪਹਿਲੇ 4 ਪਦਿਆਂ ਦੀ ਵਿਚਾਰ ਆਪ ਜੀ ਕੱਲ ਦੇ ਦੀਵਾਨਾਂ ਅੰਦਰ ਸਰਵਨ ਕਰ ਚੁੱਕੇ ਹੋ। ਅਗਲੇ 4 ਪਦਿਆਂ ਦੀ ਵਿਚਾਰ ਨਾਲ ਸਤਿਗੁਰੂ ਪਾਤਸ਼ਾਹ ਜੀ ਅੱਜ ਦੇ ਸਮੇਂ ਵਿੱਚ ਜੋੜ ਲੈਣ। 5ਵੇਂ ਪਦੇ ਦੀ ਵਿਚਾਰ ਤੋਂ ਪਹਿਲਾਂ ਜੋ ਸ਼ਬਦ ਦਾ ਕੇਂਦਰੀ ਭਾਵ ਰਹਾਉ ਵਾਲੀ ਪਾਵਨ ਪੰਕਤੀ ਹੈ, ਜਿਹਦੇ ਵਿੱਚ ਗੁਰੂ ਸਾਹਿਬ ਜੀ ਗੁਰਮੁਖ ਤੋਂ ਬਲਿਹਾਰੇ ਜਾ ਰਹੇ ਨੇ, ਸੱਦ ਕੇ ਜਾ ਰਹੇ ਨੇ। ਗੁਰਮੁਖ ਦਾ ਮਤਲਬ ਜਿਹਨੇ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਵਰ ਦੇ ਨਾਮ ਨੂੰ ਜਪ ਲਿਆ, ਪਰਮੇਸ਼ਵਰ ਦੇ ਨਾਮ ਨੂੰ ਧਿਆ ਲਿਆ। ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ, ਹਉ ਵਾਰੀ ਜੀਉ ਵਾਰੀ। ਮੈਂ ਤਨ ਮਨ ਕਰਕੇ ਵਾਰੇ ਜਾਵਾਂ, ਹਰ ਹਰ ਨਾਮ ਸੁਹਾਵਣਿਆ। ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਜਪ ਕੇ ਹਰੀ ਦੇ ਨਾਮ ਦੀ ਆਰਾਧਨਾ ਕਰਕੇ ਆਪਣੇ ਜੀਵਨ ਨੂੰ ਸੋਹਣਾ ਬਣਾ ਲਿਆ, ਜਿਨ੍ਹਾਂ ਨੇ ਆਪਣਾ ਆਚਰਣ ਸੁੰਦਰ ਕਰ ਲਿਆ, ਜਿਨ੍ਹਾਂ ਨੇ ਆਪਣੀ ਸੋਚ ਆਪਣੀ ਵਿਚਾਰ ਨੂੰ ਸੁੰਦਰ ਬਣਾ ਲਿਆ, ਉਹਨਾਂ ਤੋਂ ਮੈਂ ਸੱਦ ਕੇ ਜਾਵਾਂ। ਗੁਰਮੁਖ ਗਾਵੇਂ ਗੁਰਮੁਖ ਨਾਚੈ। ਜਿਹੜੇ ਗੁਰੂ ਦੇ ਸਨਮੁਖ ਹੋਣ ਵਾਲੇ ਗੁਰੂ ਕੇ ਪਿਆਰੇ ਨੇ, ਉਹ ਜਦੋਂ ਵੀ ਸਤਿਗੁਰੂ ਦੀ ਕਿਰਪਾ ਨਾਲ ਪਰਮੇਸ਼ਵਰ ਦਾ ਨਾਮ ਗਾਉਂਦੇ ਹਨ ਤਾਂ ਉਹਨਾਂ ਦਾ ਮਨ ਅੰਦਰ ਜਿਹੜਾ ਹੈ ਉਹ ਝੂਮਣ ਲੱਗ ਜਾਂਦਾ ਹੈ। ਨਾਚੈ ਦਾ ਅਰਥ ਸਰੀਰ ਕਰਕੇ ਨੱਚਣਾ ਨਹੀਂ, ਨਾਚੈ ਦਾ ਅਰਥ ਹੈ ਉਹਨਾਂ ਦਾ ਮਨ ਅੰਦਰ ਉਹਦੀ ਖੁਮਾਰੀ ਬਣ ਜਾਂਦੀ ਹੈ ਤੇ ਨਾਮ ਦੀ ਖੁਮਾਰੀ ਦੇ ਵਿੱਚ ਮਨ ਅੰਦਰ ਝੂਮਦਾ ਹੈ।
ਹਰ ਸੇਤੀ ਚਿੱਤ ਲਾਵਣਿਆ, ਜਿਨ੍ਹਾਂ ਨੇ ਚਿੱਤ ਲਾਇਆ ਉਨ ਜਦੋਂ ਪਰਮੇਸ਼ਵਰ ਦਾ ਨਾਮ ਸਿਮਰਦੇ ਆ, ਉਹਨਾਂ ਦਾ ਮਨ ਅੰਦਰ ਨਾਮ ਦੀ ਖੁਮਾਰੀ ਵਿੱਚ ਝੂਮਣ ਲੱਗ ਜਾਂਦਾ ਹੈ। ਜਿਹੜੇ ਇਸ ਅਵਸਥਾ ਤੇ ਪਹੁੰਚੇ ਨੇ ਗੁਰੂ ਦੇ ਰਾਹੀਂ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮੈਂ ਇਹੋ ਜਿਹੇ ਗੁਰਮੁਖਾਂ ਤੋਂ ਸਦਕੇ ਬਲਿਹਾਰੇ ਜਾਨਾ ਹਾਂ। ਇਹ ਸੀ ਰਹਾਉ ਵਾਲੀ ਪੰਕਤੀ। ਇਸੇ ਸ਼ਬਦ ਵਿੱਚ ਜੋ ਪੰਜਵਾਂ ਪਦਾ ਹੈ, ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ, ਗੁਰਮੁਖ ਨਾਮ ਮਿਲੈ ਵਡਿਆਈ। ਜੇ ਗੁਰਮੁਖ ਨੂੰ ਵਡਿਆਈ ਮਿਲਦੀ ਹੈ ਤੇ ਉਹ ਨਾਮ ਦੇ ਸਦਕੇ ਮਿਲਦੀ ਹੈ। ਦੁਨੀਆ ਵਿੱਚ, ਸਮਾਜ ਵਿੱਚ ਆਪਾਂ ਵੇਖਦੇ ਹਾਂ ਕਿਸੇ ਨੂੰ ਵਡਿਆਈ ਧਨ ਪਦਾਰਥਾਂ ਕਰਕੇ ਮਿਲ ਰਹੀ ਹੈ, ਕਿਸੇ ਨੂੰ ਕਿਸੇ ਅਹੁਦੇ ਕਰਕੇ ਮਿਲ ਰਹੀ ਹੈ। ਇਹ ਦੁਨੀਆ ਦੀਆਂ ਵਡਿਆਈਆਂ ਨੇ। ਪਰ ਜਿਹੜੀ ਵਾਹਿਗੁਰੂ ਜੀ ਦੇ ਘਰੋਂ ਵਡਿਆਈ ਮਿਲਣੀ ਹੈ, ਸਤਿਕਾਰ ਮਿਲਣਾ ਹੈ, ਇੱਜ਼ਤ ਮਿਲਣੀ ਹੈ, ਉਹ ਮਿਲਣੀ ਹੈ ਪਰਮੇਸ਼ਵਰ ਦੇ ਨਾਮ ਦੇ ਕਰਕੇ। ਇਹ ਉਹ ਦਰ ਹੈ ਜਿੱਥੇ ਤੁਹਾਡੇ ਧਨ ਨੂੰ ਵੇਖ ਕੇ ਤੁਹਾਨੂੰ ਇੱਜ਼ਤ ਮਾਣ ਵਡਿਆਈ ਨਹੀਂ ਮਿਲਣੀ, ਜਿੱਥੇ ਤੁਹਾਡੇ ਉੱਚੇ ਅਹੁਦੇ ਨੂੰ ਵੇਖ ਕੇ ਤੁਹਾਨੂੰ ਮਾਣ ਵਡਿਆਈ ਨਹੀਂ। ਇਹ ਉਹ ਦਰ ਹੈ ਜਿੱਥੇ ਨਾਮ ਦੀ ਕਮਾਈ ਵੇਖ ਕੇ ਵਡਿਆਈ ਮਿਲਣੀ ਹੈ। ਕਿ ਜਿਹਨੇ ਗੁਰਮੁਖ ਬਣ ਕੇ ਨਾਮ ਦੀ ਕਮਾਈ ਕੀਤੀ ਹੈ। ਪਹਿਲਾਂ ਧਿਆਨ ਰੱਖਣਾ, ਗੁਰਮੁਖ ਹੋਣਾ ਬੜਾ ਜ਼ਰੂਰੀ ਹੈ। ਪਹਿਲਾਂ ਤੇ ਜਿਹੜਾ ਸਾਡਾ ਕਦਮ ਹੈ ਉਹ ਗੁਰਮੁਖ ਬਣਨ ਦਾ ਹੈ। ਨਾਮ ਦੀ ਕਮਾਈ ਵਾਲਾ ਤੇ ਅਗਲਾ ਕਦਮ ਹੈ। ਪਹਿਲੇ ਤੇ ਅਸੀਂ ਦੇਖਣਾ ਵੀ ਅਸੀਂ ਗੁਰਮੁਖ ਬਣ ਗਏ ਕਿ ਨਹੀਂ ਬਣੇ, ਕਿ ਸਾਡੇ ਵਿੱਚ ਗੁਰਮੁਖਾਂ ਵਾਲਾ ਗੁਣ ਆ ਗਿਆ, ਜਾਂ ਜਿਹੜੇ ਗੁਣ ਸਾਨੂੰ ਗੁਰਬਾਣੀ ਵਿੱਚ ਦੱਸੇ ਆ ਉਹ ਗੁਣ ਸਾਡੇ ਅੰਦਰ ਨੇ। ਜੇ ਉਹ ਗੁਣ ਸਾਡੇ ਅੰਦਰ ਹਨ ਤਾਂ ਅਸੀਂ ਗੁਰਮੁਖ ਹਾਂ। ਸਾਹਿਬ ਜੀ ਕਹਿੰਦੇ ਉਹਨਾਂ ਨੂੰ ਫਿਰ ਪਰਮੇਸ਼ਵਰ ਦੇ ਨਾਮ 'ਚੋਂ ਵਡਿਆਈ ਮਿਲਦੀ ਹੈ, ਇੱਜ਼ਤ ਮਿਲਦੀ ਹੈ, ਮਾਣ ਸਤਿਕਾਰ ਮਿਲਦਾ ਹੈ। ਗੁਰਮੁਖ ਗੁਣ ਗਾਵੈ ਸ਼ੋਭਾ ਪਾਈ। ਕਿਉਂਕਿ ਗੁਰਮੁਖ ਜਿਹੜਾ ਗੁਰੂ ਸਾਹਿਬ ਦੇ ਰਾਹੀਂ ਨਾਮ ਜਪਣ ਵਾਲਾ ਹੈ, ਉਹ ਗੁਣ ਗਾਉਂਦਾ ਹੈ ਹਰ ਵਕਤ, ਹਰ ਸਮੇਂ ਪਰਮੇਸ਼ਵਰ ਦੇ ਗੁਣ ਗਾਉਂਦਾ ਹੈ। ਤੇ ਜਿਹੜਾ ਹਰ ਸਮੇਂ ਪਰਮੇਸ਼ਵਰ ਦੇ ਗੁਣ ਗਾਉਂਦਾ ਹੈ, ਸ਼ੋਭਾ ਵੀ ਉਹੀ ਪਾਉਂਦਾ ਹੈ। ਉਹਨੇ ਹੀ ਸ਼ੋਭਾ ਪਾਈ ਹੈ। ਵਾਹਿਗੁਰੂ ਜੀ ਦੇ ਘਰ 'ਚੋਂ ਵਡਿਆਈ ਵੀ ਉਹਨੂੰ ਮਿਲੀ, ਸ਼ੋਭਾ ਵੀ ਉਹਨੂੰ ਮਿਲਦੀ ਹੈ, ਜਿਹੜੇ ਨਾਮ ਨਾਲ ਜੁੜ ਕੇ ਪਰਮੇਸ਼ਵਰ ਦੇ ਗੁਣ ਗਾਉਂਦੇ ਨੇ। ਹੁਣ ਜਿਹਨੂੰ ਵਾਹਿਗੁਰੂ ਜੀ ਦੇ ਘਰੋਂ ਵਡਿਆਈ ਮਿਲੀ, ਸ਼ੋਭਾ ਮਿਲੀ, ਉਹ ਗੁਰਮੁਖ ਦੀ ਅਵਸਥਾ ਕੀ ਹੈ? ਸਦਾ ਆਨੰਦ ਰਹੈ ਦਿਨ ਰਾਤੀ, ਗੁਰਮੁਖ ਸ਼ਬਦ ਕਰਾਵਣਿਆ। ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਸਨਮੁਖ ਹੋ ਕੇ ਗੁਰਮੁਖ ਬਣ ਕੇ ਸ਼ਬਦ ਦੀ ਕਮਾਈ ਕੀਤੀ ਹੈ। ਕਰਾਵਣਿਆ ਮਤਲਬ ਸ਼ਬਦ ਦੀ ਕਮਾਈ ਕੀਤੀ ਹੈ। ਜਿਹੜੇ ਸ਼ਬਦ ਦੀ ਕਮਾਈ ਕਰਦੇ ਆ, ਧਿਆਨ ਰੱਖਣਾ, ਸ਼ਬਦ ਨੂੰ ਕਮਾਉਣਾ ਹੈ। ਅਸੀਂ ਹਜੇ ਸ਼ਬਦ ਨੂੰ ਪੜ੍ਹਨ ਤੱਕ ਹੀ ਸੀਮਤ ਹਾਂ। ਪਰ ਜਿਹੜੇ ਤੁਹਾਡੇ ਵਿੱਚੋਂ ਸ਼ਬਦ ਨੂੰ ਕਮਾਉਂਦੇ ਨੇ, ਮੁਬਾਰਕ ਹੈ ਉਹਨਾਂ ਨੂੰ। ਬਹੁਤਾਤ ਵਿੱਚ ਅਸੀਂ ਕੇਵਲ ਸ਼ਬਦ ਪੜ੍ਹਨ ਤੱਕ ਹੀ ਸੀਮਤ ਜਿਹੜਾ ਉਹ ਰਹਿ ਗਏ, ਜਿਹਦੇ ਕਰਕੇ ਸਾਡੇ ਅੰਦਰ ਹਉਮੈ ਦਾ ਜਿਹੜਾ ਬੋਝ ਸੀ ਉਹ ਘਟਿਆ ਨਹੀਂ, ਸਗੋਂ ਵੱਧ ਗਿਆ। ਸਾਡੇ ਅੰਦਰ ਜਿਹੜਾ ਹੰਕਾਰ ਦਾ ਭਾਰ ਸੀ ਉਹ ਘਟਿਆ ਨਹੀਂ, ਸਗੋਂ ਵੱਧ ਗਿਆ। ਪਰ ਸ਼ਬਦ ਦੀ ਕਮਾਈ ਤਾਂ ਕਰਨੀ ਸੀ ਹਉਮੈ ਦੇ ਅੰਦਰੋਂ ਭਾਰ ਨੂੰ ਘਟਾਉਣ ਵਾਸਤੇ। ਪਰ ਜਿਨ੍ਹਾਂ ਨੇ ਕੇਵਲ ਪੜ੍ਹਿਆ ਹੀ ਹੈ, ਮਹਾਰਾਜ ਕਹਿੰਦੇ ਪੜ੍ਹ ਪੜ੍ਹ ਗੱਡੀ ਲੱਦੀ ਹੈ, ਉਹਨਾਂ ਨੇ ਤਾਂ ਸਗੋਂ ਹੋਰ ਲੱਦ ਲਿਆ ਹਉਮੈ ਦਾ ਭਾਰ। ਪਰ ਜੇ ਤੁਸੀਂ ਇਹਨੂੰ ਕਮਾਓਗੇ,
ਪਿਛਲੇ ਦਿਨੀ ਇਤਿਹਾਸ ਵਿੱਚ ਜ਼ਿਕਰ ਆਇਆ, ਆਪ ਜੀ ਨਾਲ ਵੀ ਸਾਂਝ ਪਾਈ ਸੀ ਸਵੇਰ ਦੇ ਦੀਵਾਨਾਂ 'ਚ, ਕਿ ਜੇ ਕਿਸੇ ਨੂੰ ਕਫ ਦਾ ਰੋਗ ਹੋਵੇ ਤੇ ਜੇ ਉਹ ਸਿੱਧਾ ਘਿਓ ਇਸਤੇਮਾਲ ਕਰੇਗਾ ਤੇ ਕਫ ਦਾ ਰੋਗ ਵੱਧ ਜਾਏਗਾ, ਛਾਤੀ ਜਾਮ ਹੋ ਜਾਏਗੀ, ਸਾਹ ਲੈਣਾ ਔਖਾ ਹੋ ਜਾਏਗਾ। ਪਰ ਉਸੇ ਹੀ ਘਿਓ ਵਿੱਚ ਜੇ ਸ਼ੱਕਰ ਮਿਸ਼ਰੀ ਮਿਲਾ ਕੇ ਖਾਵੇਗਾ ਤੇ ਉਹਦੇ ਰੋਗ ਨੂੰ ਰਾਹਤ ਮਿਲੇਗੀ। ਸ਼ਬਦ ਉਹੀ ਹੈ ਜਿਹਨੂੰ ਆਪਣੇ ਤਰੀਕੇ ਨਾਲ ਪੜ੍ਹ ਰਹੇ ਹਾਂ ਤੇ ਇਹ ਰੋਗ ਵੱਧ ਰਿਹਾ ਹੈ, ਇਹ ਘਟ ਨਹੀਂ ਰਿਹਾ, ਵੱਧ ਰਿਹਾ। ਪਰ ਜੇ ਇਹਨੂੰ ਗੁਰੂ ਦੀ ਮੱਤ ਰੂਪੀ ਮਿਸ਼ਰੀ ਮਿਲਾ ਕੇ ਅਸੀਂ ਸ਼ਬਦ ਦੀ ਕਮਾਈ ਕਰਾਂਗੇ ਤਾਂ ਫਿਰ ਇਹ ਰੋਗ ਵਧੇਗਾ ਨਹੀਂ, ਰੋਗ ਘਟ ਜਾਏਗਾ। ਇਸ ਲਈ ਸ਼ਬਦ ਨੂੰ ਪੜਾਂਗੇ ਤੇ ਸਾਡੀ ਮੱਤ, ਜੇ ਕਮਾਵਾਂਗੇ ਤਾਂ ਗੁਰੂ ਦੀ ਮੱਤ। ਹੁਣ ਜਿਨ੍ਹਾਂ ਨੇ ਸ਼ਬਦ ਨੂੰ ਕਮਾਇਆ ਹੈ, ਜਿਹੜੇ ਸ਼ਬਦ ਦੀ ਕਮਾਈ ਕਰਦੇ ਆ, ਗੁਰਮੁਖ ਸ਼ਬਦ ਕਰਾਵਣਿਆ, ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸ਼ਬਦ ਨੂੰ ਕਮਾਇਆ ਔਰ ਜਿਨ੍ਹਾਂ ਨੂੰ ਗੁਣ ਗਾਉਂਦਿਆਂ ਸ਼ੋਭਾ ਮਿਲੀ, ਜਿਨ੍ਹਾਂ ਨੇ ਨਾਮ ਵਿੱਚੋਂ ਵਡਿਆਈ ਲੈ ਲਈ, ਸਦਾ ਆਨੰਦ ਰਹਿ ਦਿਨ ਰਾਤੀ, ਉਹ ਦਿਨ ਹੋਵੇ ਰਾਤ ਹੋਵੇ ਹਰ ਵਕਤ ਆਨੰਦ ਵਿੱਚ ਹੀ ਰਹਿੰਦੇ ਆ। ਉਹ ਸਦਾ ਉਹਨਾਂ ਦੇ ਆਨੰਦ ਰਸ ਜਿਹੜਾ ਹੈ ਉਹ ਬਣਿਆ ਰਹਿੰਦਾ ਹੈ, ਉਹ ਕਦੇ ਵੀ ਅੰਦਰੋਂ ਦੀ ਮੁਰਝਾਉਂਦੇ ਨਹੀਂ, ਕਦੇ ਵੀ ਉਹ ਡਿਪਰੈਸ਼ਨ ਦੇ ਵਿੱਚ ਨਹੀਂ ਜਾਂਦੇ, ਕਿਉਂਕਿ ਸਦਾ ਉਹਨਾਂ ਦੇ ਅੰਦਰ ਆਨੰਦ ਰਸ ਹੈ। ਜਿਨ੍ਹਾਂ ਨੇ ਸ਼ਬਦ ਨੂੰ ਕਮਾਇਆ, ਸ਼ਬਦ ਜਿਨ੍ਹਾਂ ਨੇ ਕਮਾਇਆ ਉਹ ਵਾਹਿਗੁਰੂ ਜੀ ਦਾ ਆਸਰਾ ਲੈ ਕੇ ਚੱਲਦੇ ਆ। ਉਹ ਫਿਰ ਡੱਗ ਮਗਾਉਂਦੇ ਨਹੀਂ, ਉਹ ਡੋਲਦੇ ਨਹੀਂ। ਇਸ ਲਈ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਗੁਰਮੁਖ ਹੈ ਤੇ ਗੁਰੂ ਦੇ ਸਨਮੁਖ ਹੋਣ ਵਾਲੇ ਨੇ ਨਾਮ ਕਮਾ ਕੇ ਇੱਜ਼ਤ ਵੀ ਲੈ ਲਈ, ਸ਼ੋਭਾ ਵੀ ਲੈ ਲਈ, ਔਰ ਦਿਨ ਰਾਤ ਆਨੰਦ ਦੇ ਵਿੱਚ ਉਹ ਰਹਿੰਦਾ ਹੈ। ਗੁਰਮੁਖ ਅਨ ਦਿਨ ਸਬਦੇ ਰਾਤਾ, ਗੁਰਮੁਖ ਜੁਗ ਚਾਰੇ ਹੈ ਜਾਤਾ, ਗੁਰਮੁਖ ਗੁਣ ਗਾਵੇ ਸਦਾ ਨਿਰਮਲ, ਸ਼ਬਦੇ ਭਗਤ ਕਰਾਵਣਿਆ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਕਿ ਜਿਹੜਾ ਗੁਰੂ ਸਾਹਿਬ ਜੀ ਦੇ ਸਨਮੁਖ ਹੋਇਆ, ਕਿਉਂਕਿ ਇਸ ਸ਼ਬਦ ਵਿੱਚ ਗੁਰਮੁਖ ਜਿੰਨੀ ਵਾਰ ਆਇਆ ਉਹਦੇ ਖੱਖੇ ਨੂੰ ਸਿਹਾਰੀ ਲੱਗੀ ਹੋਈ ਹੈ। ਜਿਹੜਾ ਗੁਰੂ ਸਾਹਿਬ ਜੀ ਦੇ ਸਨਮੁਖ ਹੋਇਆ ਉਹ ਦਿਨ ਰਾਤ ਸ਼ਬਦ ਵਿੱਚ ਰਤਿਆ ਰਹਿੰਦਾ ਹੈ। ਜਿਹੜਾ ਦਿਨ ਰਾਤ ਆਨੰਦ ਵਿੱਚ ਰਹਿੰਦਾ ਉਹ ਐਵੇਂ ਨਹੀਂ ਰਹਿੰਦਾ, ਕਿਉਂਕਿ ਉਹ ਦਿਨ ਰਾਤ ਸ਼ਬਦ ਦੇ ਰੰਗ ਵਿੱਚ ਰਤਿਆ ਹੋਇਆ ਹੈ। ਤੇ ਜਿਹੜਾ ਗੁਰੂ ਸਾਹਿਬ ਜੀ ਦੇ ਸਨਮੁਖ ਹੋਣ ਵਾਲਾ ਸ਼ਬਦ ਵਿੱਚ ਦਿਨ ਰਾਤ ਰਤਿਆ ਪਿਆ ਹੈ, ਗੁਰਮੁਖ ਜੁਗ ਚਾਰੇ ਹੈ ਜਾਤਾ, ਕਹਿੰਦੇ ਨੇ ਫਿਰ ਉਸ ਗੁਰਮੁਖ ਨੂੰ ਸਾਰੇ ਸੰਸਾਰ ਦੇ ਵਿੱਚ ਜਾਤਾ ਜਾਣਿਆ ਜਾਂਦਾ ਹੈ। ਉਹਦੀ ਇੱਕ ਮਿਸਾਲ ਬਣ ਜਾਂਦੀ ਹੈ ਦੁਨੀਆ ਦੇ ਵਿੱਚ। ਅੱਜ ਉਹਨੂੰ ਜਾਣਿਆ ਜਾ ਰਿਹਾ, ਕੱਲ੍ਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਮਿਸਾਲ ਬਣ ਜਾਏਗਾ। ਉਹਦੇ ਜਿਹੜੇ ਆ ਉਹਦੀ ਮਿਸਾਲ ਲੋਕਾਂ ਨੂੰ ਦਿੱਤੀ ਜਾਏਗੀ ਕਿ ਫਲਾਣੇ ਗੁਰਮੁਖ ਨੇ ਕਿੰਨੀ ਕਮਾਈ ਕੀਤੀ, ਫਲਾਣੇ ਦਾ ਜੀਵਨ ਜਿਹੜਾ ਸੀ ਉਹ ਕਿੰਨਾ ਸ਼ਬਦ ਦੇ ਰੰਗ ਵਿੱਚ, ਫਲਾਣਾ ਬੜੇ ਸ਼ਬਦ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਇਹ ਕਦੇ ਵੀ ਗੁਰਮਤ ਦੇ ਦਾਇਰੇ ਤੋਂ ਬਾਹਰ ਹੋ ਕੇ ਕਦੇ ਵੀ ਨਹੀਂ ਜੀਵਿਆ, ਉਹ ਇੱਕ ਮਿਸਾਲ ਬਣ ਗਈ। ਜਾਂ ਜਿਹੜਾ ਗੁਰੂ ਸਾਹਿਬ ਦੇ ਸਨਮੁਖ ਆਇਆ, ਗੁਰੂ ਸਾਹਿਬ ਨੇ ਇਹ ਨਹੀਂ ਵੇਖਣਾ ਵੀ ਮੇਰੇ ਸਨਮੁਖ ਜਿਹੜਾ ਆਇਆ ਹੈ ਉਹ ਕਿਹੜੇ ਧਰਮ ਨਾਲ ਜੁੜਿਆ, ਕਿਹੜੇ ਵਰਗ ਨਾਲ ਜੁੜਿਆ। ਸਤਿਗੁਰੂ ਨੇ ਇਹ ਨਹੀਂ ਵੇਖਣਾ ਕਿ ਇਹ ਅਮੀਰ ਹੈ ਕਿ ਗਰੀਬ ਹੈ, ਇਹਦੇ ਪੱਲੇ 4 ਪੈਸੇ ਇਹਦੇ ਕੋਲ ਨੇ ਜਾਂ ਨਹੀਂ। ਗੁਰੂ ਸਾਹਿਬ ਨੇ ਇਹ ਨਹੀਂ ਵੇਖਣਾ। ਗੁਰੂ ਸਾਹਿਬ ਨੇ ਸਾਡਾ ਬਾਹਰੀ ਸਰੂਪ ਨਹੀਂ ਵੇਖਣਾ, ਗੁਰੂ ਸਾਹਿਬ ਨੇ ਸਾਡੇ ਅੰਦਰ ਦੀ ਭਾਵਨਾ ਨੂੰ ਵੇਖਣਾ ਹੈ। ਤੇ ਜਦੋਂ ਕੋਈ
ਐਸਾ ਗੁਰੂ ਦੇ ਚਰਨਾਂ ਵਿੱਚ ਗੁਰਮੁਖ ਬਣਨ ਆਇਆ ਜਿਹਨੂੰ ਦੁਨੀਆ ਤੇ ਛੱਡੋ ਮਹੱਲੇ ਵਿੱਚ ਵੀ ਕੋਈ ਨਹੀਂ ਜਾਣਦਾ। ਅਕਸਰ ਜਿਸ ਸਮਾਜ ਵਿੱਚ ਅਸੀਂ ਰਹਿੰਦੇ ਹਾਂ ਜਾਂ ਤਾਂ ਜਿਹੜੀਆਂ ਜਾਤਾਂ 'ਚ ਅਸੀਂ ਵੰਡੇ ਹਾਂ, ਧਿਆਨ ਰੱਖਣਾ ਗੁਰਮਤ ਵਿੱਚ ਇਹ ਜਾਤਾਂ ਬਾਤਾਂ ਨਹੀਂ ਆਉਂਦੀਆਂ। ਜਿਹੜੀਆਂ ਜਾਤਾਂ ਵਿੱਚ ਅਸੀਂ ਵੰਡੇ ਹਾਂ ਜਾਂ ਸਾਨੂੰ ਧਰਮ ਦੇ ਪੁਜਾਰੀ ਨੇ ਵੰਡ ਕੇ ਰੱਖਿਆ ਹੋਇਆ ਹੈ, ਉਸ ਨਜ਼ਰ ਦੇ ਵਿੱਚ ਨੀਵਾਂ ਕਿਹਨੂੰ ਕਿਹਾ ਗਿਆ? ਕੌਣ ਕਿਸ ਨੂੰ ਜਾਣਦਾ ਨਹੀਂ? ਨੀਚ ਨੂੰ ਕੋਈ ਨਹੀਂ ਜਾਣਦਾ ਵੀ ਇਹ ਨੀਵੀਂ ਜਾਤ ਦਾ ਹੈ, ਇਹ ਸ਼ੂਦਰ ਵੈਸ਼ਾਈ ਨੂੰ ਕੋਈ ਮਹੱਲੇ ਵਿੱਚ ਕੋਈ ਨਹੀਂ ਉਹਨੂੰ ਜਾਣਦਾ। ਜੇ ਕੋਈ ਪੁੱਛਣ ਆਵੇ ਤੇ ਉਹ ਕਹਿੰਦਾ ਮੈਨੂੰ ਨਹੀਂ ਪਤਾ ਇਹ ਕਿੱਥੇ ਰਹਿੰਦਾ ਹੈ। ਜਾਂ ਫਿਰ ਗਰੀਬ ਨੂੰ ਕੋਈ ਨਹੀਂ ਜਾਣਦਾ। ਜਦੋਂ ਕਿਸੇ ਗਰੀਬ ਦਾ ਤੁਸੀਂ ਪਤਾ ਪੁੱਛੋਗੇ ਤੇ ਕੋਈ ਨਹੀਂ ਦੱਸ ਸਕੇਗਾ। ਕਿਉਂ? ਕਿਉਂਕਿ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਵੀ ਇੱਥੇ ਕੋਈ ਇਸ ਤਰ੍ਹਾਂ ਦਾ ਪ੍ਰਾਣੀ ਰਹਿੰਦਾ ਹੈ ਕਿ ਨਹੀਂ। ਪਰ ਜਦੋਂ ਉਹ ਜਿਹਨੂੰ ਦੁਨੀਆ ਨਹੀਂ ਜਾਣਦੀ, ਦੁਨੀਆ ਛੱਡੋ ਆਪਣੇ ਵੀ ਜਿਹੜੇ ਆ ਨਹੀਂ ਜਾਣਦੇ, ਆਪਣੇ ਵੀ ਉਹਨੂੰ ਪਛਾਣਨ ਤੋਂ ਇਨਕਾਰ ਕਰ ਦਿੰਦੇ ਆ ਉਹਦੀ ਗਰੀਬੀ ਦੀ ਰੇਖਾ ਵੇਖ ਕੇ। ਬਹੁਤ ਐਸੇ ਸੰਸਾਰ ਵਿੱਚ ਲੋਕ ਨੇ ਜਿਨ੍ਹਾਂ ਨੇ ਆਪਣਿਆਂ ਨਾਲੋਂ ਰਿਸ਼ਤਾ ਇਸ ਕਰਕੇ ਤੋੜ ਲਿਆ ਕਿਉਂਕਿ ਉਹ ਗਰੀਬੀ ਦੀ ਰੇਖਾ ਵਿੱਚ ਰਹਿੰਦੇ ਆ। ਪਰ ਇਹ ਉਹ ਘਰ ਹੈ ਜਦੋਂ ਕੋਈ ਇਸ ਤਰ੍ਹਾਂ ਦਾ ਪ੍ਰਾਣੀ ਗੁਰਮੁਖ ਬਣਨ ਲਈ ਗੁਰੂ ਦਾ ਸਾਹਿਬ ਦੇ ਦਰ ਤੇ ਆਵੇ ਤੇ ਗੁਰੂ ਸਾਹਿਬ ਦੇ ਸਨਮੁਖ ਹੋ ਕੇ ਸ਼ਬਦ ਨੂੰ ਕਮਾਉਂਦਾ ਹੈ ਤੇ ਮਹਾਰਾਜ ਕਹਿੰਦੇ ਆ ਉਹ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ। ਜਿਹੜਾ ਅੱਜ ਧਿਆਨ ਲਾ ਕੇ ਸਮਝਿਓ, ਜਿਹੜਾ ਅੱਜ ਕਰੋੜਪਤੀ ਹੈ, ਅਰਬਪਤੀ ਹੈ, ਅੱਜ ਕੋਈ ਰਾਜਾ ਮਹਾਰਾਜਾ ਦੇ ਰੂਪ ਵਿੱਚ ਹੈ, ਪਰ ਕੱਲ੍ਹ ਨੂੰ ਜਦੋਂ ਉਹਨੇ ਸਰੀਰ ਛੱਡ ਕੇ ਚਲੇ ਜਾਣਾ ਤੇ ਦੁਨੀਆ ਨੂੰ ਕੀ ਪਤਾ ਲੱਗਣਾ ਕੌਣ ਰਾਜਾ ਤੇ ਕੌਣ ਇੱਥੇ ਕਰੋੜਪਤੀ ਤੇ ਕਿਹੜਾ ਇੱਥੇ ਅਰਬਾਂਪਤੀ ਸੀ। ਸਮਾਂ ਪਾ ਕੇ ਉਹਦਾ ਨਾਮ ਮਿਟ ਜਾਏਗਾ। ਪਰ ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਕਮਾਈਆਂ ਕੀਤੀਆਂ ਉਹਦਾ ਨਾਮ ਮਿਸਾਲ ਬਣ ਕੇ ਦੁਨੀਆ ਵਿੱਚ ਜਾਣਿਆ ਜਾਏਗਾ। ਇਸ ਲਈ ਅੰਮ੍ਰਿਤ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਜਿਸ ਨੀਚ ਕੋ ਕੋਏ ਨਾ ਜਾਣੈ ਨਾਮ ਜਪਤ ਉਹ ਚੌਂ ਕੁੰਟ ਮਾਨੈ। ਚੌਂ ਕੁੰਟ ਚਾਰੇ ਦਿਸ਼ਾਵਾਂ, ਉਹਦਾ ਨਾਮਣਾ ਚਾਰੇ ਦਿਸ਼ਾਵਾਂ ਦੇ ਵਿੱਚ ਪੂਰੀ ਦੁਨੀਆ ਵਿੱਚ ਉਹਦਾ ਨਾਮਣਾ ਹੋ ਜਾਂਦਾ ਹੈ। ਉਹਦਾ ਨਾਮਣਾ ਪੂਰੀ ਦੁਨੀਆ ਦੇ ਵਿੱਚ ਉਹਨੂੰ ਵਡਿਆਈ ਮਿਲਦੀ ਹੈ। ਕਿਹਨੂੰ? ਜਿਹਨੂੰ ਕੋਈ ਵੀ ਨਹੀਂ ਸੀ ਜਾਣਦਾ। ਪਰ ਅੱਜ ਉਹ ਗੁਰੂ ਸਾਹਿਬ ਦੇ ਸਨਮੁਖ ਹੋ ਕੇ ਸ਼ਬਦ ਨੂੰ ਕਮਾਇਆ, ਅੱਜ ਪੂਰੀ ਦੁਨੀਆ ਉਹਨੂੰ ਜਾਣਦੀ ਹੈ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਸ਼ਬਦ ਦੇ ਰੰਗ ਵਿੱਚ ਰੰਗਣਾ ਕੀਤਾ, ਉਹਨੂੰ ਹਰ ਸਮੇਂ ਹਰ ਯੁੱਗ ਦੇ ਵਿੱਚ ਜਾਣਿਆ ਜਾਂਦਾ ਹੈ। ਉਹਦੀ ਇੱਕ ਪਛਾਣ ਦੁਨੀਆ ਦੇ ਵਿੱਚ ਬਣ ਜਾਂਦੀ ਹੈ। ਗੁਰਮੁਖ ਜੁਗ ਚਾਰੇ ਹੈ ਜਾਤਾ, ਗੁਰਮੁਖ ਗੁਣ ਗਾਵੈ ਸਦਾ ਨਿਰਮਲ, ਸ਼ਬਦੇ ਭਗਤ ਕਰਾਵਣਿਆ। ਧਿਆਨ ਰੱਖ ਕੇ ਸਮਝਿਓ, ਪਹਿਲਾਂ ਸੀ ਸ਼ਬਦ ਨੂੰ ਕਮਾਉਣਾ, ਹੁਣ ਸਾਹਿਬ ਕਹਿੰਦੇ ਸ਼ਬਦ ਦੇ ਵਿੱਚੋਂ ਦੀ ਭਗਤੀ ਦੇ ਰੰਗ ਵਿੱਚ ਰੰਗਣਾ। ਕੋਈ ਭਗਤੀ ਦਾ ਰੰਗ ਬਾਹਰੋਂ ਕਿਤੋਂ ਵੱਖਰਾ ਨਹੀਂ ਚੜ੍ਹਨਾ। ਸ਼ਬਦ ਨੂੰ, ਗੁਰਬਾਣੀ ਨੂੰ ਕਮਾ ਕੇ ਰੋਜ਼-ਰੋਜ਼ ਨਿਤਨੇਮ ਦੀ ਬਾਣੀਆਂ ਦਾ ਪਾਠ ਕਰਕੇ ਹੀ ਭਗਤੀ ਦਾ ਰੰਗ ਚੜ੍ਹਨਾ ਹੈ। ਇਸ ਲਈ ਸਾਹਿਬ ਜੀ ਕਹਿੰਦੇ ਉਹ ਗੁਰਮੁਖ ਜਿਹੜਾ ਗੁਣ ਗਾਉਂਦਿਆਂ ਅੰਦਰੋਂ ਨਿਰਮਲ, ਅੰਦਰੋਂ ਪਵਿੱਤਰ ਜੀਵਨ ਵਾਲਾ ਹੋ ਗਿਆ, ਉਹ ਸ਼ਬਦ ਨੂੰ ਜਦੋਂ ਕਮਾਉਂਦਾ ਹੈ ਤੇ ਭਗਤ ਤੱਤੇ ਨੂੰ ਸਿਆਰੀ ਭਗਤੀ, ਫਿਰ ਉਹ ਭਗਤੀ ਕਰਨ ਲੱਗ ਜਾਂਦਾ ਹੈ। ਇੱਕ ਦਿਨ ਉਸ ਮਾਲਕ ਦੀ ਭਗਤੀ ਵਿੱਚ ਲੀਨ ਹੋ ਜਾਂਦਾ ਹੈ। ਉਹ ਫਿਰ ਗੁਰਮੁਖ ਤੋਂ 2 ਕਦਮ ਅੱਗੇ ਜਦੋਂ ਵਧਿਆ, ਫਿਰ ਉਹ ਵਾਹਿਗੁਰੂ ਜੀ ਦਾ ਭਗਤ ਬਣ ਕੇ ਭਗਤੀ ਨੂੰ ਕਮਾਉਂਦਾ ਹੈ। ਉਹ ਸਹਿਜ ਦੇ ਵਿੱਚ ਰਹਿੰਦਾ ਹੈ। ਉਹਦਾ ਮਨ ਕਦੇ ਅੰਦਰ ਫਿਰ ਚੰਚਲਤਾਈ ਨਹੀਂ ਕਰਦਾ। ਉਹਦਾ ਮਨ ਅੰਦਰ ਟਿਕ ਕੇ ਸ਼ਬਦ ਵਿੱਚ ਰਤਿਆ ਹੋਇਆ, ਦਿਨ ਰਾਤ ਉਹਦੇ ਰੰਗ ਵਿੱਚ ਰੰਗਿਆਂ ਉਹਦੇ ਗੁਣ ਗਾਉਂਦਾ ਹੈ। ਜਿੱਥੇ ਗੁਰੂ ਅਮਰਦਾਸ ਮਹਾਰਾਜ ਜੀ ਐਸੇ ਗੁਰਮੁਖ ਤੋਂ ਬਲਹਾਰੇ ਜਾ ਰਹੇ ਨੇ, ਸਦਕੇ ਜਾ ਰਹੇ ਆ ਵੀ ਮੈਂ ਐਸੇ ਗੁਰਮੁਖ ਤੋਂ ਸਦਕੇ ਜਾਵਾਂ
ਜਿਨੇ ਗੁਰੂ ਦੇ ਸਨਮੁਖ ਹੋ ਕੇ ਸ਼ਬਦ ਨੂੰ ਕਮਾਇਆ ਤੇ ਆਪਣੇ ਅੰਦਰ ਨੂੰ ਨਿਰਮਲ ਕਰ ਲਿਆ। ਉੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਕਹਿੰਦੇ ਆ, ਮੈਂ ਐਸੇ ਕਮਾਈ ਵਾਲੇ ਤੋਂ ਸਦਕੇ ਜਾਵਾਂ। ਹੁਣ ਜਿਹੜੀ ਗੱਲਾਂ ਭਾਈ ਗੁਰਦਾਸ ਜੀ ਨੇ ਕੀਤੀਆਂ ਨੇ ਉਹ ਆਪਣੇ ਆਪਣੇ ਅੰਦਰ ਝਾਤੀ ਮਾਰਨੀਆਂ ਆਪਾਂ ਸਾਰਿਆਂ ਨੇ ਕਿ ਮੈਂ ਇਹਦੇ ਤੇ ਖਰਾ ਉਤਰਦਾ ਕਿ ਨਹੀਂ ਉਤਰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਵਾਰ ਦੇ ਅੰਦਰ ਪੌੜੀ ਦੇ ਰੂਪ ਵਿੱਚ ਕਹਿੰਦੇ ਨੇ, ਹਉ ਤਿਸ ਘੋਲ ਕਮਾਇਆ ਗੁਰਮਤਿ ਹਿਰਦੈ ਗਰੀਬੀ ਆਵੈ। ਹੁਣ ਇੱਕ ਇੱਕ ਨੂੰ ਆਪਾਂ ਆਪਣੇ ਨਾਲ ਜੋੜਨਾ। ਭਾਈ ਸਾਹਿਬ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰੇ ਜਾਵਾਂ, ਸਦਕੇ ਜਾਵਾਂ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਅੰਦਰ ਗਰੀਬੀ ਬਣਾ ਲਈ। ਗਰੀਬੀ ਦਾ ਮਤਲਬ ਮਨ ਨੀਵਾਂ ਰੱਖ ਕੇ ਨਿਮਰਤਾ ਬਣਾ ਲਈ। ਜਿਹੜੀ ਗਰੀਬੀ ਦੀ ਅਸੀਂ ਗੱਲ ਕਰਦੇ ਹਾਂ ਉਹ ਬਾਹਰ ਦੀ ਅਵਸਥਾ ਹੈ। ਜਿਹਦੇ ਕੋਲ 4 ਪੈਸੇ ਨਹੀਂ ਅਸੀਂ ਕਹਿੰਦੇ ਹਾਂ ਗਰੀਬ ਹੈ। ਪਰ ਮਹਾਰਾਜ ਕਹਿੰਦੇ ਜਿਹੜੀ ਗਰੀਬੀ ਗੁਰਮਤਿ ਵਿੱਚ ਤੁਹਾਨੂੰ ਦਿੱਤੀ ਗਈ ਹੈ ਨਾ, ਉਹ ਹੈ ਨਿਮਰਤਾ ਵਾਲੀ ਗਰੀਬੀ। ਤੇ ਭਾਈ ਸਾਹਿਬ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਅੰਦਰ ਗਰੀਬੀ ਵਾਲੀ ਅਵਸਥਾ ਬਣਾ ਲਈ, ਹਉ ਤਿਸ ਘੋਲ ਘੁਮਾਇਆ, ਮੈਂ ਉਹਦੇ ਤੋਂ ਸਦਕੇ ਜਾਵਾਂ। ਹੁਣ ਆਪਣੇ ਅੰਦਰ ਵੇਖੀਏ ਕਿ ਗੁਰੂ ਦੀ ਮੱਤ ਲੈ ਲਈ ਤੇ ਕੀ ਗੁਰੂ ਦੀ ਮੱਤ ਲੈ ਕੇ ਅੰਦਰ ਗਰੀਬੀ ਵਾਲੀ ਅਵਸਥਾ ਆ ਗਈ, ਨਿਮਰਤਾ ਵਾਲਾ ਅੰਦਰ ਜੀਵਨ ਸਾਡਾ ਬਣ ਗਿਆ। ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਮੈਂ ਉਸ ਗੁਰਮੁਖ ਤੋਂ ਸਦਕੇ ਜਾਵਾਂ ਜਿਹੜਾ ਪਰ ਨਾਰੀ ਪਰ ਇਸਤਰੀ ਦੇ ਨੇੜੇ ਨਹੀਂ ਜਾਂਦਾ। ਪਰਦਾਰਾ ਦੀ ਗੱਲ ਗੁਰੂ ਸਾਹਿਬ ਨੇ ਬਾਣੀ 'ਚ ਕੀਤੀ ਹੈ। ਸਾਹਿਬ ਜੀ ਕਹਿੰਦੇ ਪਰ ਤਰਿਆ ਰੂਪ ਨਾ ਪੇਖੈ, ਨੇਤਰ ਇਹ ਅੰਦਰ ਭਾਵਨਾ ਹੋਣੀ ਚਾਹੀਦੀ ਹੈ। ਤੇ ਭਾਈ ਸਾਹਿਬ ਕਹਿੰਦੇ ਹਉ ਤਿਸ ਘੋਲ ਕਮਾਇਆ, ਕਿ ਅਸੀਂ ਇਸ ਅਵਸਥਾ ਦੇ ਗੁਰਮੁਖ ਬਣ ਗਏ ਹਾਂ ਕਿ ਨਹੀਂ ਬਣੇ। ਪਰ ਨਾਰੀ ਦੇ ਨੇੜ ਨਾ ਜਾਵੇ, ਹਉ ਤਿਸ ਘੋਲ ਕਮਾਇਆ ਪਰ ਦਰਬੈ ਨੂੰ ਹੱਥ ਨ ਲਾਵੇ। ਪਰ ਮੈਨੇ ਪਰਾਇਆ, ਦਰਬ ਮੈਨੇ ਧਨ ਪਦਾਰਥ, ਜਿਹੜਾ ਪਰਾਇਆ ਧਨ ਹੈ ਉਹਨੂੰ ਹੱਥ ਨਹੀਂ ਲਾਉਂਦਾ। ਉਹਨੂੰ ਉਹਦੇ ਅੰਦਰ ਕੋਈ ਭਾਵਨਾ ਨਹੀਂ ਬਣਦੀ ਕਿ ਮੈਂ ਪਰਾਇਆ ਧਨ ਕਿਵੇਂ ਆਪਣਾ ਕਰਨਾ ਹੈ। ਗੁਰਮੁਖ ਇਸ ਤਰ੍ਹਾਂ ਦੀ ਅਵਸਥਾ ਦਾ ਨਹੀਂ ਹੁੰਦਾ। ਤੇ ਜੇ ਪਰਾਇਆ ਧਨ ਤੇ ਅਸੀਂ ਅੱਖ ਰੱਖੀ ਬੈਠੇ ਹਾਂ, ਪਰਾਏ ਧਨ ਦੀ ਅੰਦਰ ਪਲੈਨਿੰਗ ਕਰਦੇ ਪਏ ਹਾਂ ਵੀ ਕਿਵੇਂ ਇਹਨੂੰ ਆਪਣਾ ਕਰਨਾ, ਫਿਰ ਅਸੀਂ ਹਜੇ ਗੁਰਮੁਖ ਕਹਾਉਣ ਦੇ ਯੋਗ ਹੀ ਨਹੀਂ ਆ। ਭਾਈ ਸਾਹਿਬ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਵਾਂ, ਬਲਿਹਾਰੇ ਜਾਵਾਂ, ਪਰ ਦਰਬੈ ਨੂੰ ਹੱਥ ਨਾ ਲਾਵੇਂ। ਜਿਹੜੇ ਪਰਾਏ ਧਨ ਨੂੰ ਅੰਦਰ ਭਾਵ ਪਲੈਨਿੰਗ ਤਾਂ ਕੀ ਕਰਨੀ ਹੈ, ਹੱਥ ਵੀ ਨਹੀਂ ਲਾਉਂਦੇ। ਇਹ ਸਾਡਾ ਧਨ ਨਹੀਂ ਹੈ, ਜਿੰਨਾ ਕੁ ਮਾਲਕ ਨੇ ਸਾਨੂੰ ਦੇਣਾ ਅਸੀਂ ਉਹਦੇ ਵਿੱਚ ਹੀ ਸਬਰ ਰੱਖਿਆ ਹੋਇਆ। ਹਉ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ। ਇਹ ਗੁਰਮੁਖ ਦੀ ਅਵਸਥਾ ਹੈ। ਭਾਈ ਸਾਹਿਬ ਕਹਿੰਦੇ ਮੈਂ ਉਹਦੇ ਤੋਂ ਸਦਕੇ ਜਾਵਾਂ, ਗੁਰਮੁਖ ਤੋਂ, ਜਿਹੜਾ ਪਰ ਨਿੰਦਾ ਸੁਣ, ਜਿਹੜਾ ਪਰਾਈ ਨਿੰਦਾ ਸੁਣਦਾ ਤੇ ਆਪਣੇ ਆਪ ਨੂੰ ਪਿੱਛੇ ਹਟਾ ਲੈਂਦਾ ਵੀ ਮੈਂ ਇਹਦੇ ਵਿੱਚ ਗਲਤਾਨ ਨਹੀਂ ਹੋਣਾ। ਤੇ ਜੇ ਕਿ ਕੋਈ ਕਿਸੇ ਦੀ ਨਿੰਦਾ ਕਰ ਰਿਹਾ ਹੈ ਤੇ ਜੇ ਪਿੱਛੇ ਹਟਿਆ ਹੋਇਆ ਤੇ 2 ਕਦਮ ਅੱਗੇ ਆ ਕੇ ਸੁਣਨਾ ਚਾਹੁੰਦਾ ਹੈ ਕਿ ਇਹ ਫਲਾਣਾ ਫਲਾਣੇ ਬਾਰੇ ਕੀ ਕਹਿ ਰਿਹਾ ਹੈ, ਫਿਰ ਸਾਡੀ ਅਵਸਥਾ ਹਜੇ ਗੁਰਮੁਖ ਵਾਲੀ ਬਣੀ ਨਹੀਂ। ਗੁਰਮੁਖ ਦੀ ਅਵਸਥਾ ਹੈ ਕਿ ਪਰ ਨਿੰਦਾ ਸੁਣ, ਪਰਾਏ ਦੀ ਨਿੰਦਾ ਜਿਹਦੇ ਵਿੱਚ ਸੱਚ ਨਹੀਂ ਹੈ, ਜਿਹੜਾ ਬਦਨਾਮ ਕਰਨ ਦੇ ਵਿੱਚ ਲੱਗਾ ਹੋਇਆ ਹੈ। ਹਾਲਾਂਕਿ ਜੀਵਨ ਜਿਸ ਤਰ੍ਹਾਂ ਦਾ ਹੈ ਉਦਾਂ ਦਾ ਬਿਆਨ ਨਹੀਂ ਕਰ ਰਿਹਾ ਨਿੰਦਾ ਕਰਨ ਵਾਲਾ। ਨਿੰਦਾ ਦਾ ਮਤਲਬ ਕੀ ਹੈ ਕਿ ਸੱਚ ਨੂੰ ਝੂਠ ਬਣਾ ਕੇ ਪੇਸ਼ ਕਰਨਾ। ਜੀਵਨ ਚੰਗਾ ਹੈ, ਆਚਰਣ ਚੰਗਾ ਹੈ, ਪਰ ਉਹਨੂੰ ਮਾੜਾ ਬਣਾ ਕੇ ਪੇਸ਼ ਕਰਨਾ। ਇਸ ਲਈ ਗੁਰਮੁਖ ਉਸ ਨਿੰਦਾ ਸੁਣਨ ਵਾਲਾ, ਜਿਹੜਾ ਕਰਨ ਵਾਲਾ,
ਉਹਦੇ ਕੋਲੋਂ ਸੁਣ ਕੇ ਆਪਣਾ ਆਪ ਪਿੱਛੇ ਹਟਾ ਲੈਂਦਾ ਹੈ ਵੀ ਭਾਈ ਮੈਂ ਤੇਰੀ ਨਿੰਦਾ ਦਾ ਭਾਗੀ ਨਹੀਂ ਬਣਨਾ। ਉਹ ਹੈ ਅਸਲ ਵਿੱਚ ਗੁਰਮੁਖ। ਹਉ ਤਿਸ ਘੋਲ ਕਮਾਇਆ, ਪਰ ਨਿੰਦਾ ਸੁਣ ਆਪ ਹਟਾਵੇ। ਆਪਣੇ ਆਪ ਨੂੰ ਪਿੱਛੇ ਹਟਾ ਲੈਂਦਾ ਹੈ। ਹਉ ਤਿਸ ਘੋਲ ਕਮਾਇਆ, ਸਤਿਗੁਰ ਕਾ ਉਪਦੇਸ਼ ਕਮਾਵੇ। ਜਿਹੜਾ ਸਤਿਗੁਰੂ ਦਾ ਉਪਦੇਸ਼ ਸੁਣ ਕੇ ਇੱਕ ਕੰਨ ਤੋਂ ਸੁਣ ਕੇ ਦੂਜੇ ਤੋਂ ਬਾਹਰ ਨਹੀਂ ਕੱਢਦਾ, ਜਿਹੜਾ ਸ਼ਬਦ ਨੂੰ ਸੁਣ ਕੇ ਕਮਾਉਂਦਾ ਹੈ, ਜਿਹੜਾ ਉਹਦੀ ਕਮਾਈ ਕਰਦਾ ਹੈ, ਉਹਦੇ ਤੇ ਅਮਲ ਕਰਦਾ ਹੈ, ਸਤਿਗੁਰੂ ਦਾ ਉਪਦੇਸ਼ ਉਹਦੇ ਤੇ ਅਮਲ ਕਰਦਾ ਹੈ। ਭਾਈ ਸਾਹਿਬ ਕਹਿੰਦੇ ਮੈਂ ਐਸੇ ਗੁਰਮੁਖ ਤੋਂ ਸਦਕੇ ਜਾਵਾਂ, ਬਲਿਹਾਰੇ ਜਾਵਾਂ। ਹਉ ਤਿਸ ਘੋਲ ਕਮਾਇਆ, ਸਤਿਗੁਰ ਕਾ ਉਪਦੇਸ਼ ਕਮਾਵੇ। ਹਉ ਤਿਸ ਘੋਲ ਕਮਾਇਆ, ਥੋੜਾ ਖਾਵੇ, ਥੋੜਾ ਸਵੇਂ ਥੋੜਾ ਹੀ ਖਾਵੇ। ਜਿਹੜਾ ਥੋੜਾ ਸੌਂਦਾ ਤੇ ਥੋੜਾ ਖਾਂਦਾ ਹੈ, ਇਹ ਗੁਰਮੁਖ ਦੀ ਅਵਸਥਾ ਨਹੀਂ ਹੈ ਕਿ ਬਹੁਤਾ ਪੇਟ ਭਰ ਕੇ ਖਾ ਲੈਣਾ ਤੇ ਮੁੜ ਕੇ ਕਿੰਨੇ ਕਿੰਨੇ ਘੰਟੇ ਸੁੱਤੇ ਰਹਿਣਾ। ਇਹ ਗੁਰਮੁਖ ਦੀ ਅਵਸਥਾ ਨਹੀਂ। ਗੁਰਮੁਖ ਦੀ ਅਵਸਥਾ ਹੈ ਥੋੜਾ ਖਾਣਾ ਤੇ ਥੋੜਾ ਸੋਣਾ, ਕਿਉਂਕਿ ਉਹਨੂੰ ਪਤਾ ਹੈ ਬਹੁਤਾ ਖਾ ਲਿਆ ਤੇ ਬਹੁਤੀ ਨੀਂਦ ਆਏਗੀ, ਜੇ ਬਹੁਤਾ ਹੀ ਨੀਂਦ ਆਏਗੀ ਤੇ ਫਿਰ ਨਾਮ ਦੀ ਕਮਾਈ ਰਹਿ ਜਾਏਗੀ। ਬਚਪਨ ਵਿੱਚ ਬਹੁਤ ਸਮਾਂ ਸਾਡਾ ਸੁੱਤਿਆਂ ਲੰਘ ਚੁੱਕਾ ਹੈ, ਕਿਉਂਕਿ ਬਚਪਨ ਉਮਰ ਦੇ ਹਿਸਾਬ ਨਾਲ ਹੈ ਨਾ। ਨੀਂਦ ਬੱਚੇ ਦੀ ਨੀਂਦ ਸਭ ਤੋਂ ਵੱਧ ਹੈ, ਪਰ ਜਿਵੇਂ ਜਿਵੇਂ ਉਮਰ ਵੱਧਦੀ ਹੈ ਨੀਂਦ ਘਟਦੀ ਜਾਂਦੀ ਹੈ, ਤੇ ਜਦੋਂ ਤੱਕ ਬੁਢੇਪਾ ਆਉਂਦਾ ਉਦੋਂ ਨੀਂਦ ਆਉਂਦੀ ਹੋਈ ਕੋਈ ਨਹੀਂ। ਪਰ ਹਾਲਤ ਇਸ ਤਰ੍ਹਾਂ ਦੀ ਹੈ ਕਿ ਬਹੁਤਾ ਖਾ ਕੇ ਬਹੁਤਾ ਨੀਂਦ ਵਿੱਚ ਸੌਂ ਜਾਣਾ। ਅੱਧੀ ਉਮਰ ਤਾਂ ਸਾਡੀ ਜ਼ਿੰਦਗੀ ਤਾਂ ਬਚਪਨ ਦੀ ਸੁੱਤਿਆਂ ਲੰਘ ਗਈ, ਤੇ ਜੇ ਜੋਬਨ ਤੇ ਬੁਢੇਪੇ ਵਿੱਚ ਵੀ ਇਹੀ ਹਾਲ ਰਿਹਾ, ਫਿਰ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ। ਖਾਏ ਵੀ ਦਿਨੇ ਪੇਟ ਭਰ ਕੇ ਖਾਈ ਜਾਓ ਤੇ ਸਾਰੀ ਰਾਤ ਫਿਰ ਗੂੜੀ ਨੀਂਦ ਵਿੱਚ ਸੁੱਤੇ ਰਹੋ, ਤੇ ਫਿਰ ਮਹਾਰਾਜ ਕਹਿੰਦੇ ਜਨਮ ਲੇਖੇ ਨਹੀਂ ਲੱਗਣਾ। ਇਹ ਜਨਮ ਤੇਰਾ ਜਿਹੜਾ ਇਹ ਕੌਡੀਆਂ ਦੇ ਪਾ ਹੀ ਰੁੱਲ ਜਾਣਾ ਹੈ। ਰੈਣ ਗਵਾਈ ਸੋਏ ਕੈ ਦਿਵਸ ਗਵਾਇਆ, ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਵਾਰ ਦੀ ਪੌੜੀ ਵਿੱਚ ਕਹਿ ਰਹੇ ਆ, ਹਉ ਤਿਸ ਘੋਲ ਕਮਾਇਆ, ਥੋੜਾ ਖਾਵੇ, ਥੋੜਾ ਹੀ ਸੌਂਦਾ ਤੇ ਥੋੜਾ ਹੀ ਖਾਂਦਾ। ਫਿਰ ਅਖੀਰ ਤੇ ਜਾ ਕੇ ਕਹਿੰਦੇ ਆ, ਕਹਿੰਦੇ ਗੁਰਮੁਖ ਸੋਈ ਸਹਿਜ ਸਮਾਵੇ। ਜੇ ਆ ਸਾਰੇ ਗੁਣ ਗੁਰਮੁਖ ਵਿੱਚ ਨੇ, ਜਿਹੜਾ ਗੁਰਮੁਖ ਪਰਾਏ ਧਨ ਵੱਲ ਆਪਣੀ ਨਿਗਾਹ ਨਹੀਂ ਰੱਖਦਾ, ਪਰਾਈ ਇਸਤਰੀ ਵੱਲ ਆਪਣੀ ਨਜ਼ਰ ਨਹੀਂ ਰੱਖਦਾ, ਜਿਹੜਾ ਕਹਿੰਦੇ ਗੁਰਮੁਖ ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਹੈ, ਥੋੜਾ ਖਾਂਦਾ ਥੋੜਾ ਸੌਂਦਾ ਹੈ, ਗੁਰਮੁਖ ਸੋਈ ਸਹਿਜ ਸਮਾਵੇ। ਉਹ ਗੁਰਮੁਖ ਹੀ ਸਹਿਜ ਵਿੱਚ ਆ ਕੇ ਫਿਰ ਇੱਕ ਦਿਨ ਨਿਰੰਕਾਰ ਵਿੱਚ ਸਮਾ ਜਾਂਦਾ ਹੈ, ਜਾਂ ਫਿਰ ਉਹ ਸਹਿਜ ਵਿੱਚ ਅਡੋਲਤਾ ਵਿੱਚ ਆਨੰਦ ਵਿੱਚ ਸਮਾ ਜਾਂਦਾ ਹੈ। ਉਹ ਦਿਨ ਰਾਤ ਆਨੰਦ ਦੇ ਰਸ ਨੂੰ ਅੰਦਰੋਂ ਮਾਣਦਾ ਹੈ, ਦਿਨ ਰਾਤ ਆਨੰਦ ਦੇ ਵਿੱਚ ਹੀ ਉਹ ਜਿਉਂਦਾ ਹੈ। ਉਹ ਦੁੱਖ ਸੁੱਖ ਨੂੰ, ਖੁਸ਼ੀ ਗਮ ਨੂੰ, ਮਾਨ ਅਪਮਾਨ ਨੂੰ ਤਿਆਗ ਕੇ ਨਿਆਰਾ ਹੋ ਜਾਂਦਾ ਹੈ। ਇਸ ਲਈ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਜਿਹੜਾ ਅਸਲ ਵਿੱਚ ਗੁਰਮੁਖ ਹੈ ਨਾ, ਉਹ ਸ਼ਬਦ ਵਿੱਚ ਰਤਿਆ ਹੋਇਆ ਸਦਾ ਆਨੰਦ ਰਹੇ ਦਿਨ ਰਾਤੀ। ਉਹ ਦਿਨ ਰਾਤ ਆਨੰਦ ਦੇ ਵਿੱਚ ਰਹਿੰਦਾ ਹੈ। ਜਿਹੜਾ ਗੁਰਮੁਖ ਸ਼ਬਦ ਦੇ ਰੰਗ ਵਿੱਚ ਰਤਿਆ ਹੈ, ਉਹ ਇੱਕ ਮਿਸਾਲ ਬਣ ਕੇ ਦੁਨੀਆ ਵਿੱਚ ਉਹਦਾ ਨਾਮਣਾ ਸਦਾ ਲਈ ਕਾਇਮ ਹੋ ਜਾਂਦਾ ਹੈ। ਜਿਹੜੇ ਗੁਰਮੁਖ ਬਣ ਕੇ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਹਨ, ਗੁਣ ਗਾਉਂਦਿਆਂ ਉਹ ਸਦਾ ਅੰਦਰੋਂ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਨੇ, ਤੇ ਜਿਹੜੇ ਅੰਦਰੋਂ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਆ, ਉਹ ਫਿਰ ਸ਼ਬਦ ਵਿੱਚ ਜੁੜਿਆਂ ਭਗਤੀ ਤੱਕ ਪਹੁੰਚ ਜਾਂਦੇ ਆ। ਫਿਰ ਉਹ ਭਗਤ ਬਣ ਕੇ ਭਗਤੀ ਦੇ ਰੰਗ ਦੇ ਵਿੱਚ ਰੰਗੇ ਹੋਏ ਨਾਮ ਦੀ ਕਮਾਈ ਕਰਦੇ ਰਹਿੰਦੇ ਹਨ। ਬਾਚ ਗੁਰੂ ਹੈ ਅੰਧ ਅੰਧਾਰਾ, ਜਮ ਕਾਲ ਗਰਠੇ ਕਰਹਿ ਪੁਕਾਰਾ।
ਅਨ ਦਿਨ ਰੋਗੀ ਬਿਸਟਾ ਕੇ ਕੀੜੇ, ਬਿਸਟਾ ਮਹਿ ਦੁਖ ਪਾਵਣਿਆ। ਹੁਣ ਉਹਨਾਂ ਦੀ ਹਾਲਤ ਬਿਆਨ ਕੀਤੀ ਜਿਹੜੇ ਗੁਰੂ ਸਾਹਿਬ ਦੇ ਸਨਮੁਖ ਨਹੀਂ ਹੋਏ, ਜਿਹੜੇ ਗੁਰੂ ਵਾਲੇ ਨਹੀਂ ਬਣੇ, ਜਿਹੜੇ ਗੁਰੂ ਦੇ ਉਪਦੇਸ਼ ਨੂੰ ਨਾ ਸੁਣਦੇ ਨਾ ਕਮਾਉਂਦੇ ਨੇ। ਉਹਨਾਂ ਦੀ ਜ਼ਿੰਦਗੀ ਕੈਸੀ ਹੈ? ਬਾਜ ਗੁਰੂ, ਗੁਰੂ ਤੋਂ ਬਿਨਾਂ ਹੈ ਅੰਧ ਅੰਧਾਰਾ। ਉਹਨਾਂ ਦੀ ਜ਼ਿੰਦਗੀ ਵਿੱਚ ਘੁੱਪ ਅੰਧਕਾਰ ਛਾਇਆ ਹੈ, ਐਸਾ ਹਨੇਰਾ ਛਾਇਆ ਕਿ ਜਿਨ੍ਹਾਂ ਨੂੰ ਸੋਝੀ ਹੋਈ ਨਹੀਂ ਹੈ ਕਿ ਅਸੀਂ ਮਨੁੱਖਾ ਜਨਮ ਵਿੱਚ ਕਿਉਂ ਆਏ ਹਾਂ ਔਰ ਅਸੀਂ ਕਿਹੜੇ ਕਿਹੜੇ ਕਰਮ ਅਸੀਂ ਕਰ ਰਹੇ ਹਾਂ ਤੇ ਸਾਨੂੰ ਕਰਮ ਕਿਹੜੇ ਕਰਨੇ ਚਾਹੀਦੇ ਆ। ਅੰਧਕਾਰ ਦੇ ਵਿੱਚ ਮਨ, ਹੁਣ ਜਿਹੜਾ ਗੁਰੂ ਤੋਂ ਬਾਅਦ ਹੈ, ਬਿਨਾਂ ਹੈ, ਉਹ ਕੌਣ ਹੈ? ਉਹ ਮਨਮੁਖ ਹੈ। ਤੇ ਮਨਮੁਖ ਦੀ ਜ਼ਿੰਦਗੀ ਵਿੱਚ ਸਦਾ ਹਨੇਰਾ ਹੀ ਰਹਿੰਦਾ ਹੈ, ਗੁਰਮੁਖ ਦੀ ਜ਼ਿੰਦਗੀ ਵਿੱਚ ਸਦਾ ਚਾਨਣ ਰਹਿੰਦਾ ਹੈ। ਧਿਆਨ ਰੱਖਿਓ, ਜੇ ਰਾਤ ਵੀ ਆ ਜਾਏ ਨਾ, ਰਾਤ ਹਨੇਰੀ ਆ ਜਾਏ, ਪਰ ਗੁਰਮੁਖ ਦੀ ਜ਼ਿੰਦਗੀ ਵਿੱਚ ਰਾਤ ਨੂੰ ਵੀ ਚਾਨਣ ਹੀ ਰਹਿੰਦਾ ਹੈ। ਉਹਦੀ ਜ਼ਿੰਦਗੀ ਵਿੱਚ ਨਾਮ ਦਾ ਪ੍ਰਕਾਸ਼ ਦਿਨ ਰਾਤ ਬਣਿਆ ਰਹਿੰਦਾ ਹੈ। ਪਰ ਅਸੀਂ ਹਜੇ ਬਾਹਰ ਦੇ ਦਿਨਾਂ ਵਿੱਚ ਹੀ ਉਲਝੇ ਪਏ ਹਾਂ। ਸਾਡੇ ਅੰਦਰ ਮੱਸਿਆ ਦੀ ਰਾਤ ਬਣੀ ਪਈ ਹੈ, ਉਹਨੂੰ ਅਸੀਂ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿ ਸਾਡੇ ਅੰਦਰ ਜਿਹੜਾ ਅੰਧਕਾਰ ਛਾਇਆ ਹੋਇਆ ਹੈ, ਮੱਸਿਆਂ ਦੀ ਕਾਲੀ ਰਾਤ ਸਾਡੇ ਅੰਦਰ ਬਣੀ ਹੋਈ ਹੈ, ਉਹ ਅਸੀਂ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ, ਸਗੋਂ ਅਸੀਂ ਬਾਹਰ ਦੀ ਮੱਸਿਆ ਨੂੰ ਹੀ ਮਨਾਉਣ ਵਿੱਚ ਲੱਗੇ ਹੋਏ ਹਾਂ। ਅਸੀਂ ਤੇ ਆਪਣੇ ਅੰਦਰ ਦੀ ਮੱਸਿਆ ਨੂੰ ਜਿਹੜਾ ਸੀ ਉਹ ਖਤਮ ਕਰਕੇ ਉਜਾਲਾ ਕਰਨਾ ਸੀ, ਆਪਣੇ ਅੰਦਰ ਚਾਨਣ ਕਰਨਾ ਸੀ। ਤੇ ਉਹ ਚਾਨਣ ਕਿਵੇਂ ਹੋਣਾ ਸੀ? ਗੁਰਬਾਣੀ ਦੀ ਰੋਸ਼ਨੀ ਨਾਲ। ਬੜੀ ਵਾਰ ਦੁਹਰਾਏ ਗਏ ਬਚਨ ਔਰ ਤਕਰੀਬਨ ਲਗਭਗ ਰੋਜ਼ਾਨਾ ਆਸਾ ਕੀ ਵਾਰ ਦੇ ਵਿੱਚ ਇਹ ਬਚਨ ਰਿਪੀਟ ਕੀਤੇ ਜਾਂਦੇ ਆ। ਜੇ ਸੌ ਚੰਦਾ ਉਗ ਵਹਿ ਸੂਰਜ ਚੜ੍ਹੇ ਹਜ਼ਾਰ, ਇੱਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਅਸੀਂ ਅੰਦਰ ਦੀ ਖੇਡ ਨੂੰ ਸਮਝਣਾ ਸੀ, ਅਸੀਂ ਬਾਹਰ ਦੀ ਨਹੀਂ। ਬਾਹਰ ਦੀਸੈ ਚਾਨਣਾ ਦਿਲ ਅੰਧਿਆਰੀ, ਰਾਤ ਰਾਤ ਮੱਸਿਆ ਦੀ ਸੀ, ਲੰਘ ਗਈ, ਸਵੇਰੇ ਸੂਰਜ ਚੜ੍ਹਿਆ ਤੇ ਚਾਨਣ ਹੋ ਗਿਆ। ਪਰ ਕੀ ਬਾਹਰੋਂ ਸੂਰਜ ਚੜ੍ਹਨ ਦੇ ਨਾਲ ਸਾਡੇ ਅੰਦਰ ਵੀ ਪ੍ਰਕਾਸ਼ ਹੋ ਗਿਆ? ਸਾਡੇ ਅੰਦਰ ਵੀ ਚਾਨਣ ਹੋ ਗਿਆ? ਨਹੀਂ, ਅੰਦਰ ਤਾਂ ਅੰਧਿਆਰੀ ਰਾਤ ਹੀ ਬਣੀ ਪਈ ਹੈ, ਅੰਦਰ ਤਾਂ ਹਨੇਰਾ ਹੀ ਹਨੇਰਾ ਹੋਇਆ ਪਿਆ ਹੈ। ਕਿਉਂਕਿ ਅੰਦਰ ਚਾਨਣ ਕਰਨਾ ਗੁਰਬਾਣੀ ਨੇ, ਗੁਰੂ ਦੇ ਸ਼ਬਦ ਨੇ। ਤੇ ਜਿਹੜਾ ਗੁਰੂ ਤੋਂ ਬਿਨਾਂ ਜੀ ਰਿਹਾ, ਸਾਹਿਬ ਕਹਿੰਦੇ ਅੰਧ ਅੰਧਾਰ, ਉਹਦੀ ਜ਼ਿੰਦਗੀ ਅੰਧਕਾਰ ਵਾਲੀ ਹੈ। ਬਾਜ ਗੁਰੂ ਹੈ ਅੰਧ ਅੰਧਾਰਾ। ਤੇ ਜਿਹੜੇ ਅੰਧਕਾਰ ਵਿੱਚ ਅਗਿਆਨੀ ਬਣ ਕੇ ਅੰਧੇ ਕਰਮ ਜਿਹੜੇ ਕਰ ਰਹੇ ਨੇ, ਜਮਕਾਲ ਗਰਠੇ ਕਰਹਿ ਪੁਕਾਰਾ, ਉਹਨਾਂ ਨੂੰ ਫਿਰ ਜਮ ਕਾਲ ਦੁੱਖਾਂ ਨੇ, ਉਸ ਕਾਲ ਮੈਨੇ ਸਮਾਂ, ਉਹ ਸਮਾਂ ਜਿਹੜਾ ਦੁੱਖਾਂ ਦਾ ਬਣਿਆ ਹੋਇਆ ਹੈ, ਉਸ ਦੁੱਖਾਂ ਨੇ ਸਮੇਂ ਵਿੱਚ ਘੇਰ ਲਿਆ। ਗਰਠੇ ਦਾ ਮਤਲਬ ਘੇਰ ਲਿਆ, ਪਕੜ ਲਿਆ, ਕਾਬੂ ਕਰ ਲਿਆ। ਜਿਹੜਾ ਮਨਮੁਖ ਗੁਰੂ ਤੋਂ ਬਿਨਾਂ ਜੀ ਰਿਹਾ ਸੀ, ਉਹਨੂੰ ਸਮੇਂ ਨੇ ਦੁੱਖ ਬਣ ਕੇ ਘੇਰ ਲਿਆ, ਪਕੜ ਲਿਆ। ਤੇ ਜਦੋਂ ਦੁੱਖ ਨੇ ਘੇਰ ਲਿਆ, ਜਮ ਕਾਲ, ਕਾਲ ਦਾ ਅਰਥ ਸਮਾਂ, ਜਮ ਦਾ ਅਰਥ ਹੈ ਦੁੱਖ। ਸਮੇਂ ਵਿੱਚ ਦੁੱਖ ਨੇ ਗਰਠੇ ਗਰਸ ਲਿਆ। ਹੁਣ ਕਰਹਿ ਪੁਕਾਰਾ, ਹੁਣ ਪੁਕਾਰਾਂ ਕਰਦਾ ਪਿਆ ਵੀ ਮੈਨੂੰ ਦੁੱਖਾਂ ਤੋਂ ਬਚਾ ਲਓ, ਮੈਨੂੰ ਦੁੱਖਾਂ ਤੋਂ ਛੁਡਾ ਲਓ। ਹੁਣ ਇਹਦੀ ਪੁਕਾਰ ਸੁਣਨ ਵਾਲਾ ਕੋਈ ਨਹੀਂ, ਹੁਣ ਇਹਦੀ ਕੋਈ ਪੁਕਾਰ ਨਹੀਂ ਸੁਣਦਾ। ਜਦੋਂ ਇਹਨੂੰ ਕਹਿੰਦੇ ਸੀ ਵੀ ਤੂੰ ਗੁਰਮੁਖ ਬਣ ਜਾ, ਗੁਰੂ ਸ਼ਬਦ ਨੂੰ ਕਮਾ ਲੈ, ਗੁਰੂ ਵਾਲਾ ਬਣ ਜਾ, ਗੁਰੂ ਚਰਨਾਂ ਵਿੱਚ ਆ ਕੇ ਜੁੜ ਜਾ, ਉਦੋਂ ਪਰਵਾਹ ਨਹੀਂ ਸੀ ਕਰਦਾ। ਉਦੋਂ ਤਰ੍ਹਾਂ ਤਰ੍ਹਾਂ ਦੇ ਜਵਾਬ ਅੱਗੋਂ ਦਿੰਦਾ ਸੀ, ਕਈਆਂ ਦੇ ਗਲ ਪੈ ਜਾਂਦਾ ਸੀ। ਹੁਣ ਜਦੋਂ ਜਮ ਕਾਲ ਗਰਠੇ, ਹੁਣ ਜਦੋਂ ਸਮਾਂ ਐਸਾ ਆਇਆ ਕਿ ਉਹਦੇ ਵਿੱਚ ਦੁੱਖਾਂ ਨੇ ਗਰਸ ਲਿਆ ਇਹਨੂੰ, ਹੁਣ ਪੁਕਾਰਾਂ ਕਰਦਾ ਵੀ ਮੈਨੂੰ ਦੁੱਖਾਂ ਤੋਂ ਕੋਈ ਬਚਾ ਲਵੇ, ਛੁਡਾ ਲਵੇ। ਹੁਣ ਕਹਿੰਦੇ ਇਹਦੀ ਕੋਈ ਪੁਕਾਰ ਸੁਣਨ ਵਾਲਾ ਕੋਈ ਨਹੀਂ। ਐਸੀ ਹਾਲਤ ਮਨਮੁਖ ਦੀ ਹੋ ਜਾਂਦੀ ਹੈ।
ਜਿਹੜੇ ਬਾਜ ਗੁਰੂ ਹੈ ਅੰਧ ਅੰਧਾਰਾ ਜੀਵਨ ਵਾਲੇ ਨੇ, ਉਹ ਪੁਕਾਰ ਕਰਦੇ ਆ, ਪਰ ਉਹਨਾਂ ਦੀ ਪੁਕਾਰ ਸੁਣਨ ਵਾਲਾ ਕੋਈ ਨਹੀਂ ਹੁੰਦਾ। ਅਨ ਦਿਨ ਰੋਗੀ ਬਿਸ਼ਟਾ ਕੇ ਕੀੜੇ, ਬਿਸ਼ਟਾ ਮੈਂ ਦੁੱਖ ਪਾਵਣਿਆ। ਉਹ ਫਿਰ ਅਨ ਦਿਨ ਦਿਨ ਰਾਤ ਅੰਦਰੋਂ ਵਿਕਾਰਾਂ ਕਰਕੇ ਰੋਗੀ ਬਣੇ ਰਹਿੰਦੇ ਆ। ਦੋ ਰੋਗ ਸਭ ਤੋਂ ਵੱਡੇ ਮੰਨੇ ਆ, ਭਿਆਨਕ ਰੋਗ, ਪਰ ਅਸੀਂ ਸਰੀਰ ਦੇ ਰੋਗਾਂ ਨੂੰ ਹੀ ਰੋਗ ਮੰਨਦੇ ਆ। ਸਾਨੂੰ ਸਰੀਰ ਦੇ ਰੋਗਾਂ ਦੀ ਜਾਣਕਾਰੀ ਦਿੱਤੀ ਵੀ ਜਾਂਦੀ ਹੈ ਔਰ ਅਸੀਂ ਜਾਣਕਾਰੀ ਲੈਂਦੇ ਵੀ ਹਾਂ, ਇਹਦਾ ਇਲਾਜ ਵੀ ਅਸੀਂ ਕਰਾਉਂਦੇ ਹਾਂ, ਪਰ ਮਨ ਕਰਕੇ ਮਹਾਰਾਜ ਕਹਿੰਦੇ ਰੋਗ ਤਾਂ ਬਹੁਤ ਨੇ, ਬਿਮਾਰੀਆਂ ਬਹੁਤ ਨੇ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਸਭੇ ਮਤਲਬ ਪਤਾ ਹੀ ਨਹੀਂ ਕਿੰਨੇ ਰੋਗ ਤੇਰੇ ਅੰਦਰ ਵਿਆਪ ਰਹੇ ਆ, ਪਰ ਉਹਨਾਂ ਵਿੱਚੋਂ ਸਭ ਤੋਂ ਦੋ ਵੱਡੇ ਭਿਆਨਕ ਰੋਗ ਨੇ। ਉਹ ਕਿਹੜਾ ਹੈ? ਹਉਮੈ ਦੀਰਘ ਰੋਗ ਹੈ। ਤੇ ਮਹਾਰਾਜ ਕਹਿੰਦੇ ਇਹ ਤ੍ਰਿਸ਼ਨਾ ਵੱਡਾ ਰੋਗ ਹੈ। ਆਨੰਦ ਸਾਹਿਬ ਦੀ ਬਾਣੀ ਵਿੱਚ ਗੁਰੂ ਅਮਰਦਾਸ ਜੀ ਨੇ ਜ਼ਿਕਰ ਕੀਤਾ। ਮਹਾਰਾਜ ਕਹਿੰਦੇ ਆ ਜਿਹੜੀ ਤ੍ਰਿਸ਼ਨਾ ਹੈ ਨਾ, ਤ੍ਰਿਸ਼ਨਾ ਇਹ ਵੀ ਇੱਕ ਬੜੀ ਵੱਡੀ ਬਿਮਾਰੀ ਹੈ। ਹਉਮੈ ਦੀ ਬਿਮਾਰੀ ਵੀ ਦਿਨੋਂ ਦਿਨ ਵੱਧ ਰਹੀ ਹੈ, ਧਰਮ ਦੇ ਕਰਮ ਕਰਦਿਆਂ ਹੋਇਆਂ ਵੀ, ਤੇ ਤ੍ਰਿਸ਼ਨਾ ਦੀ ਬਿਮਾਰੀ ਵੀ ਅੰਦਰੋਂ ਦਿਨੋਂ ਦਿਨ ਵੱਧ ਰਹੀ ਹੈ। ਅਸੀਂ ਗੁਰਬਾਣੀ ਪੜ੍ਹਨੀ ਸੀ ਇਹਦਾ ਟ੍ਰੀਟਮੈਂਟ, ਇਲਾਜ ਕਰਨ ਵਾਸਤੇ। ਗੁਰਬਾਣੀ ਅਸੀਂ ਇਸੇ ਲਈ ਪੜ੍ਹਨੀ ਸੀ ਵੀ ਹਉਮੈ ਦੀ ਬਿਮਾਰੀ, ਤ੍ਰਿਸ਼ਨਾ ਦੀ ਬਿਮਾਰੀ, ਇਹਦੇ ਨਾਲ ਹੋਰ ਜਿਹੜੀਆਂ ਭਿਆਨਕ ਬਿਮਾਰੀਆਂ ਲੱਗੀਆਂ ਉਹਨਾਂ ਤੋਂ ਛੁਟਕਾਰਾ ਮਿਲ ਜਾਏ। ਅਸੀਂ ਬਾਣੀ ਨੂੰ ਇਸ ਹਿਸਾਬ ਨਾਲ ਕਮਾਉਣਾ ਸੀ, ਕਿਉਂਕਿ ਸਭ ਕਹਿੰਦੇ ਭਾਵੇਂ ਦੋ ਵੱਡੇ ਰੋਗ ਨੇ, ਹਉਮੈ ਦਾ ਤੇ ਤ੍ਰਿਸ਼ਨਾ ਦਾ, ਤੇ ਇਹਦੇ ਨਾਲ ਅੱਗੋਂ ਜਿਹੜੀਆਂ ਹੋਰ ਭਿਆਨਕ ਬਿਮਾਰੀਆਂ ਤੇਰੇ ਅੰਦਰ ਜਨਮ ਲੈ ਰਹੀਆਂ ਨੇ, ਜਿੰਨੀਆਂ ਵੀ ਟੋਟਲ ਤੇਰੇ ਮਨ ਵਿੱਚ ਲੱਗੀਆਂ ਬਿਮਾਰੀਆਂ ਨੇ, ਉਹਨਾਂ ਸਾਰਿਆਂ ਦਾ ਇਲਾਜ ਇੱਕੋ ਹੀ ਤਰੀਕੇ ਨਾਲ ਹੋਣਾ ਹੈ। ਸਰਬ ਰੋਗ ਕਾ ਔਖਦ ਨਾਮ, ਉਹ ਇੱਕੋ ਹੀ ਤਰੀਕੇ ਨਾਲ ਇਲਾਜ ਹੋਣਾ ਹੈ। ਹਾਲਾਂਕਿ ਬਾਹਰੀ ਤੌਰ ਉੱਤੇ ਬੰਦਾ ਪਰੇਸ਼ਾਨ ਹੋ ਜਾਂਦਾ ਹੈ ਕਿ ਮੈਂ ਹੱਡੀਆਂ ਦੇ ਡਾਕਟਰ ਕੋਲ ਜਾਵਾਂ, ਕਿ ਮੈਂ ਜਿਹੜਾ ਚਮੜੀ ਦੇ ਡਾਕਟਰ ਕੋਲ ਜਾਵਾਂ, ਜਾਂ ਮੈਂ ਇਸ ਸਰੀਰ ਦੇ ਜਿੰਨੇ ਵੀ ਸਾਡੇ ਹਿੱਸੇ ਆ, ਕੰਨਾਂ ਦੇ ਡਾਕਟਰ ਕੋਲ ਜਾਵਾਂ, ਦੰਦਾਂ ਦੇ ਡਾਕਟਰ ਕੋਲ ਜਾਵਾਂ, ਅੱਖਾਂ ਦੇ ਡਾਕਟਰ ਕੋਲ ਜਾਵਾਂ, ਮੈਂ ਕਿਹਦੇ ਕੋਲ ਜਾਵਾਂ। ਪਰ ਮਹਾਰਾਜ ਕਹਿੰਦੇ ਇੱਥੇ ਤੈਨੂੰ ਵੱਖ ਥਾਵਾਂ ਤੇ ਜਾਣ ਦੀ ਲੋੜ ਨਹੀਂ। ਜਿੰਨੀਆਂ ਟੋਟਲ ਤੇਰੀਆਂ ਬਿਮਾਰੀਆਂ ਨੇ ਉਹਨਾਂ ਸਾਰਿਆਂ ਦਾ ਇਲਾਜ ਸਰਬ ਰੋਗ ਕਾ ਔਖਦ ਨਾਮ ਦੇ ਰੂਪ ਵਿੱਚ ਹੈ। ਤੇ ਹੁਣ ਨਾਮ ਦੀ ਕਮਾਈ ਗੁਰਮੁਖ ਬਣ ਕੇ ਕਰਨੀ ਹੈ। ਇਸ ਲਈ ਸਭ ਕਹਿੰਦੇ ਜਿਹੜਾ ਗੁਰੂ ਦੇ ਸਨਮੁਖ ਨਹੀਂ ਹੋਇਆ ਉਹ ਅੰਧਕਾਰ ਦੀ ਜ਼ਿੰਦਗੀ ਜਿਉਣ ਵਾਲਾ ਜਮ ਦੇ ਵਸ ਪੈ ਗਿਆ। ਅਨ ਦਿਨ ਰੋਗੀ, ਹੁਣ ਦਿਨ ਰਾਤ ਰੋਗੀ ਬਣ ਕੇ ਰੋ ਰਿਹਾ, ਪੁਕਾਰਾਂ ਕਰ ਰਿਹਾ। ਬਿਸ਼ਟਾ ਕੇ ਕੀੜੇ, ਬਿਸ਼ਟਾ ਮੈਂ ਦੁੱਖ ਪਾਵਣਿਆ। ਜਿਵੇਂ ਇੱਕ ਗੰਦਗੀ ਦਾ ਕੀੜਾ ਗੰਦਗੀ ਵਿੱਚ ਹੀ ਅੰਦਰ ਕਹਿੰਦੇ ਤੜਪਦਾ ਰਹਿੰਦਾ ਹੈ ਤੇ ਗੰਦਗੀ ਵਿੱਚ ਹੀ ਸਮਾ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਮਾਨਸਿਕ ਰੋਗੀ ਨੇ, ਜਿਹੜੇ ਵਿਕਾਰਾਂ ਦੀ ਗੰਦਗੀ ਵਿੱਚ ਗਲਤਾਨ ਨੇ, ਜਿਹੜੇ ਬਾਝ ਗੁਰੂ ਹੈ ਅੰਧ ਅੰਧਾਰਾ ਵਾਲੇ ਨੇ, ਉਹ ਵੀ ਉਸ ਗੰਦਗੀ ਦੇ ਕੀੜੇ ਦੀ ਤਰ੍ਹਾਂ ਗੰਦਗੀ ਵਿੱਚ ਹੀ ਕੁਰਬਲ ਕਰਦੇ ਗੰਦਗੀ 'ਚ ਹੀ ਸਮਾ ਜਾਂਦੇ ਆ। ਜਿੱਥੇ ਬਹੁਤ ਸਾਰੇ ਕੀੜੇ ਹੁੰਦੇ ਆ ਨਾ, ਉਹ ਕੀੜੇ ਜਦੋਂ ਉੱਥੇ ਚੱਲਦੇ ਨੇ ਤੇ ਕੁਰਬਲ ਦੀ ਆਵਾਜ਼ ਆਉਂਦੀ ਹੈ। ਕਿੱਦਾਂ ਦੀ ਆਵਾਜ਼ ਆਉਂਦੀ ਉਹ ਤੁਸੀਂ ਸੁਣੀ ਮਹਿਸੂਸ ਕਰਦੇ ਹੋ। ਇਸੇ ਤਰ੍ਹਾਂ ਜਿਹੜਾ ਬਾਝ ਗੁਰੂ ਤੋਂ ਬਿਨਾਂ ਹੈ ਉਹ ਵੀ ਉਹ ਗੰਦਗੀ ਦੇ ਕੀੜੇ ਦੀ ਤਰ੍ਹਾਂ ਕੁਰਬਲ ਕਰਦਾ ਰਹਿੰਦਾ ਹੈ। ਉਹ ਕਿਵੇਂ ਕਰਦਾ ਹੈ? ਉਹ ਮੈਂ ਕਰਦਾ ਰਹਿੰਦਾ ਹੈ। ਗੰਦਗੀ ਦੇ ਕੀੜੇ ਦੀ ਤਰ੍ਹਾਂ ਮਨਮੁਖ ਵੀ ਗੰਦਗੀ ਵਿੱਚ ਪਿਆ ਹੋਇਆ ਮੈਂ ਹੀ ਕਰਦਾ ਰਹਿੰਦਾ ਹੈ। ਸਵੇਰੇ ਉੱਠਦਿਆਂ ਵੀ ਮੈਂ, ਸਾਰੀ ਦਿਹਾੜੀ ਵੀ ਮੈਂ, ਰਾਤ ਨੂੰ ਸੌਂਦਿਆਂ ਵੀ ਮੈਂ, ਬਸ ਦਿਨ ਰਾਤ ਉਹ ਬਸ ਮੈਂ ਦੀ ਹੀ ਕੁਰਬਲ ਉਹਦੇ ਅੰਦਰ ਚੱਲਦੀ ਰਹਿੰਦੀ ਹੈ। ਫਿਰ ਗੁਰੂ ਅਮਰਦਾਸ ਜੀ ਨੂੰ ਕਹਿਣਾ ਪਿਆ, ਸਾਹਿਬ ਕਹਿੰਦੇ ਫਿਰ ਇਹ ਗੰਦਗੀ ਦੇ ਕੀੜੇ ਦੀ ਤਰ੍ਹਾਂ ਗੰਦਗੀ ਵਿੱਚ ਰਹਿ ਕੇ ਹੀ ਗੰਦਗੀ ਵਿੱਚ ਸਮਾ ਜਾਂਦਾ ਹੈ। ਇਸੇ ਲਈ ਹੋਕਾ ਦਿੱਤਾ ਜਾਂਦਾ ਵੀ ਗੁਰੂ
ਇਹ ਸੰਸਾਰ ਦੇ ਲੋਕੋ ਗੁਰੂ ਦੇ ਦਰ ਤੇ ਆਓ, ਪੂਰੇ ਗੁਰੂ ਦੇ ਦਰ ਤੇ, ਜਿਹੜਾ ਤੁਹਾਡੇ ਅੰਦਰ ਦੇ ਭਰਮ ਗੜ ਨੂੰ ਤੋੜਨ ਵਾਲਾ ਹੈ, ਜਿਹੜਾ ਤੁਹਾਨੂੰ ਅੰਦਰੋਂ ਦੀ ਪਵਿੱਤਰ ਕਰ ਦੇਣ ਵਾਲਾ ਹੈ, ਜਿਹੜਾ ਤੁਹਾਡੇ ਜਨਮਾਂ ਜਨਮਾਂ ਦੀ ਮਲ ਨੂੰ ਧੋ ਦੇਣ ਵਾਲਾ ਹੈ। ਉਹ ਸਰੀਰ ਰੂਪ ਵਿੱਚ ਨਹੀਂ, ਉਹ ਬਾਣੀ ਰੂਪ ਦੇ ਗੁਰੂ ਦੇ ਰੂਪ ਦੇ ਵਿੱਚ ਹੈ। ਤੁਹਾਨੂੰ ਇਹ ਗੁਰਬਾਣੀ ਬੜੀ ਵਾਰ ਜ਼ਿਕਰ ਕੀਤਾ ਤੇ ਕਰਦੇ ਵੀ ਰਹਿਣਾ। ਜਿਹੜਾ ਹੋਕਾ ਮਾਲਕ ਨੇ ਡਿਊਟੀ ਲਾਈ ਹੈ ਦੇਣ ਦੀ, ਵੀ ਹੋਕਾ ਦਿੰਦੇ ਰਹਿਣਾ। ਜੇ ਗੁਰੂ ਗ੍ਰੰਥ ਸਾਹਿਬ ਨਾਲ ਪੂਰੀ ਕਾਇਨਾਤ ਜੁੜ ਜਾਏ, ਇਹ ਇੱਕ ਦਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਹਰ ਇੱਕ ਮਨੁੱਖ ਦਾ ਹੈ, ਹਰ ਇੱਕ ਮਨੁੱਖਤਾ ਦੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ। ਆਪਾਂ ਨਹੀਂ ਮੰਨਦੇ, ਗੱਲ ਵੱਖਰੀ ਹੈ। ਅਸੀਂ ਕਹਿੰਦੇ ਆ ਵੀ ਇਹ ਤੇ ਸਿੱਖਾਂ ਦੇ ਗੁਰੂ ਆ, ਪਰ ਗੁਰੂ ਗ੍ਰੰਥ ਸਾਹਿਬ ਜੀ ਤਾਂ ਕਹਿੰਦੇ ਮੈਂ ਹਰ ਇੱਕ ਮਨੁੱਖਤਾ ਦਾ ਹਾਂ, ਮੈਂ ਤੇ ਹਰ ਇੱਕ ਇਨਸਾਨੀਅਤ ਦਾ ਹਾਂ, ਮੈਂ ਤੇ ਹਰ ਇੱਕ ਨੂੰ ਇਨਸਾਨੀਅਤ ਦੀ ਸਿੱਖਿਆ ਦੇਣੀ ਹੈ, ਹਰ ਇੱਕ ਨੂੰ ਮਨੁੱਖਤਾ ਦੇ ਗੁਣ ਉਹਨਾਂ ਦੇ ਅੰਦਰ ਭਰਨੇ ਆ। ਜੇ ਤੁਸੀਂ ਵਖੇਵਾਂ ਪਾ ਕੇ ਬੈਠੇ ਹੋ ਤਾਂ ਤੁਹਾਨੂੰ ਗੁਰੂ ਵੀ ਵੱਖ-ਵੱਖ ਨਜ਼ਰ ਆਉਂਦਾ ਹੈ। ਉਹ ਫਿਰ ਤੁਹਾਡੀ ਆਪਣੀ ਸੋਚ ਹੈ, ਪਰ ਗੁਰਬਾਣੀ ਰੂਪੀ ਗੁਰੂ ਸਾਨੂੰ ਹਰ ਇੱਕ ਮਨੁੱਖ ਇਨਸਾਨ ਨੂੰ ਅੰਦਰੋਂ ਦੀ ਗੁਰਮੁਖ ਬਣਨ ਵਾਸਤੇ ਦਿੱਤੀ ਆ, ਤਾਂ ਕਿ ਤੁਸੀਂ ਅੰਦਰੋਂ ਗੁਰਮੁਖ ਬਣ ਕੇ ਪਰਮੇਸ਼ਵਰ ਦੇ ਨਾਮ ਰੰਗ ਦੇ ਵਿੱਚ ਰੰਗੇ ਜਾਓ। ਤੇ ਜੇ ਗੁਰਬਾਣੀ ਕੇਵਲ ਗੁਰੂ ਕੇ ਸਿੱਖਾਂ ਲਈ ਹੁੰਦੀ, ਫਿਰ ਸਾਈਂ ਮੀਆਂ ਮੀਰ ਬਾਣੀ ਪੜ੍ਹਦੇ ਰਹੇ ਆ। ਇਸਲਾਮ ਧਰਮ ਦੇ ਉਹ ਜਿਹੜੇ ਨੇ ਪੀਰ ਮੰਨੇ ਗਏ ਨੇ। ਜਦੋਂ ਵੀ ਦਿੱਲੀ ਤੋਂ ਬਾਦਸ਼ਾਹ ਲਾਹੌਰ ਆਉਂਦਾ ਨਾ ਚੱਲ ਕੇ, ਤੇ ਕੋਈ ਵੀ ਬਾਦਸ਼ਾਹ ਜਦੋਂ ਆਵੇ ਦਿੱਲੀ ਤੋਂ ਲਾਹੌਰ, ਸਭ ਤੋਂ ਪਹਿਲਾਂ ਸਾਈਂ ਮੀਆਂ ਮੀਰ ਨੂੰ ਮਿਲਣ ਵਾਸਤੇ ਜਾਂਦਾ ਹੈ। ਦੇਖ ਲਓ ਵੀ ਕਿੰਨਾ ਉੱਚਾ ਰੁਤਬਾ ਸਾਈਂ ਮੀਆਂ ਮੀਰ ਦਾ, ਵੀ ਪਹਿਲਾਂ ਸਾਈਂ ਮੀਆਂ ਮੀਰ ਦੇ ਦਰਸ਼ਨ ਕਰਨ ਜਾਂਦਾ ਹੈ। ਉਹ ਪੀਰ ਹੈ, ਪਰ ਸਾਈਂ ਮੀਆਂ ਮੀਰ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਆਉਂਦੇ ਆ। ਕਿਉਂ? ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਆਉਂਦਿਆਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਨੀ, ਸ਼ਬਦ ਕਿੰਨੇ ਗੁਰਬਾਣੀ ਦੇ ਕੰਠ ਕਰ ਲਏ। ਕਿਉਂ? ਕਿਉਂਕਿ ਇਹ ਗੁਰਬਾਣੀ ਹਰ ਇੱਕ ਇਨਸਾਨ ਵਾਸਤੇ ਹੈ, ਇਹ ਸਰਬ ਸਾਂਝੀ ਗੁਰਬਾਣੀ ਹੈ। ਇਸ ਲਈ ਮਹਾਰਾਜ ਕਹਿੰਦੇ ਕੋਈ ਵੀ ਹੈ, ਕਿਸੇ ਧਰਮ ਵਰਗ ਦਾ ਵੀ ਹੈ, ਬਾਜ ਗੁਰੂ ਹੈ ਅੰਧ ਅੰਧਾਰਾ। ਗੁਰੂ ਤੋਂ ਬਿਨਾਂ ਉਹਦੀ ਜ਼ਿੰਦਗੀ 'ਚ ਅੰਧਕਾਰ ਹੈ। ਜੇ ਗੰਦਗੀ ਦੇ ਕੀੜੇ ਵਾਂਗ ਗੰਦਗੀ ਵਿੱਚ ਨਹੀਂ ਅਸੀਂ ਸਮਾ ਕੇ ਦੁੱਖ ਭੋਗਣਾ ਚਾਹੁੰਦੇ, ਤਾਂ ਫਿਰ ਪੂਰੇ ਗੁਰੂ ਦੇ ਦਰ ਤੇ ਆਵੀਏ, ਆ ਕੇ ਅਰਦਾਸ ਕਰੀਏ। ਹਮ ਅੰਧਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚਾਲਹਿ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਮਹਾਰਾਜ ਜੀ ਤੁਸੀਂ ਸੁੱਖਾਂ ਦੇ ਦਾਤੇ ਹੋ, ਮੈਂ ਅੰਧਲਾ ਹਾਂ, ਮੈਂ ਅਗਿਆਨੀ ਹਾਂ, ਮੈਂ ਗਿਆਨਹੀਣਾ ਹਾਂ, ਮੈਂ ਅੰਧਕਾਰ ਵਿੱਚ ਭਟਕ ਗਿਆ, ਪਰ ਤੁਸੀਂ ਗਿਆਨ ਦਾ ਸੋਮਾ ਹੋ, ਪ੍ਰਕਾਸ਼ ਦਾ ਮੁਨਾਰਾ ਹੋ। ਤੁਸੀਂ ਗਿਆਨ ਦਿਓ, ਚਾਨਣ ਦਿਓ, ਤਾਂ ਕਿ ਮੇਰੇ ਵਰਗਾ ਕੁਰਾਏ ਪਿਆ ਹੋਇਆ, ਗੰਦਗੀ ਦੇ ਵਿੱਚ ਪਿਆ ਹੋਇਆ, ਕਿਤੇ ਇਹਦੇ ਤੋਂ ਬਾਹਰ ਆ ਕੇ ਆਪਣਾ ਜੀਵਨ ਲੇਖੇ 'ਚ ਲਾ ਸਕੇ। ਧੰਨ ਗੁਰੂ ਸਾਹਿਬ ਜੀ ਨੇ ਆਖਿਆ ਕਿ ਗੁਰਮੁਖ ਦੀ ਸ਼ੋਭਾ 4 ਚੁਫੇਰੇ ਹੁੰਦੀ ਹੈ, ਉਹਨੂੰ ਮਾਣ ਵਡਿਆਈ ਮਿਲਦੀ ਹੈ। ਪਰ ਉਹਦੇ ਉਲਟ ਜਿਹੜਾ ਮਨਮੁਖ ਹੈ, ਉਹ ਅੰਧਕਾਰ ਵਿੱਚ ਜਿਉਣ ਵਾਲਾ, ਉਸ ਗੰਦਗੀ ਦੇ ਕੀੜੇ ਦੀ ਤਰ੍ਹਾਂ ਗੰਦਗੀ ਵਿੱਚ ਰਹਿ ਕੇ ਸਾਰੀ ਜ਼ਿੰਦਗੀ ਦੁੱਖ ਪਾਵਣਿਆ ਦੁੱਖ ਹੀ ਪਾਉਂਦਾ ਰਹਿੰਦਾ ਤੇ ਦੁੱਖ ਹੀ ਭੋਗਦਾ ਰਹਿੰਦਾ ਹੈ। ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੈ ਮੁਠਾ ਆਪ ਆਏ, ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ। ਗੁਰਮੁਖ ਆਪੇ ਕਰੇ ਕਰਾਏ, ਜਿਹੜਾ ਗੁਰੂ ਸਾਹਿਬ ਜੀ ਦੇ ਸਨਮੁਖ ਹੋ ਗਿਆ, ਉਹ ਫਿਰ ਕੁਰਬਲ ਨਹੀਂ ਕੀੜਿਆਂ ਵਾਂਗੂ ਕਰਦਾ। ਜਿਵੇਂ ਪਹਿਲੀ ਪੰਕਤੀ 6ਵੇਂ ਪਦੇ ਵਿੱਚ ਗੁਰੂ ਅਮਰਦਾਸ ਜੀ ਨੇ ਕਿਹਾ ਨਾ, ਸਾਹਿਬ ਜੀ ਕਹਿੰਦੇ ਅਨ ਦਿਨ ਰੋਗੀ ਬਿਸ਼ਟਾ ਕੇ ਕੀੜੇ ਬਿਸ਼ਟਾ ਮੈਂ
ਦੁੱਖ ਪਾਵਣਿਆ। ਉਹ ਫਿਰ ਮੈਂ ਨਹੀਂ ਕਰਦਾ। ਜਿਹੜਾ ਅਸਲ ਵਿੱਚ ਗੁਰਮੁਖ ਹੈ, ਗੁਰੂ ਦੇ ਸਨਮੁਖ ਹੋਣ ਵਾਲਾ, ਉਹ ਹਉਮੈ ਦੀ ਬੋਲੀ ਬੋਲਦਾ ਹੀ ਨਹੀਂ। ਉਹ ਮੈਂ ਕਰਦਾ ਹੀ ਨਹੀਂ ਹੈ। ਉਹਦੇ ਅੰਦਰੋਂ ਹਉਮੈ ਦੇ ਬੋਲ ਨਿਕਲਦੇ ਹੀ ਨਹੀਂ। ਤੇ ਜਿਹਦੇ ਅੰਦਰੋਂ ਹਉਮੈ ਦੇ ਬੋਲ ਨਿਕਲ ਰਹੇ ਆ, ਹਜੇ ਉਹ ਗੁਰਮੁਖ ਬਣਿਆ ਹੀ ਨਹੀਂ। ਬਸ ਸਿੱਧਾ ਜਿਹਾ ਸਮਝਣ ਦਾ ਤਰੀਕਾ ਹੈ ਕਿ ਜਿਹੜਾ ਹਉਮੈ ਦੇ ਬੋਲ ਬੋਲ ਰਿਹਾ ਹੈ ਉਹ ਹਜੇ ਗੁਰਮੁਖ ਨਹੀਂ ਬਣਿਆ, ਤੇ ਜਿਹਦੇ ਬੋਲਾਂ ਵਿੱਚ ਹਉਮੈ ਨਹੀਂ ਹੈ ਉਹ ਗੁਰਮੁਖ ਹੈ। ਅਸੀਂ ਹਜੇ ਜੇ ਹਉਮੈ ਦੀ ਬੋਲੀਓ ਹੀ ਬੋਲ ਰਹੇ ਹਾਂ। ਜਿੰਨੇ ਵੀ ਗੁਰੂ ਦਰ ਦੇ ਉੱਤੇ ਆਪਾਂ ਸਾਰੇ ਜੁੜੇ ਹਾਂ, ਭਾਵੇਂ ਕੋਈ ਕਥਾ ਕਰਦਾ, ਕੀਰਤਨ ਕਰਦਾ, ਪਾਠ ਕਰਦਾ, ਸੇਵਾ ਕਰਦਾ, ਸਿਮਰਨ ਕਰਦਾ, ਆਪਾਂ ਜੇ ਹਜੇ ਹਉਮੈ ਦੀ ਬੋਲੀਓ ਹੀ ਬੋਲ ਰਹੇ ਹਾਂ ਤੇ ਇਹਦਾ ਮਤਲਬ ਹਜੇ ਗੁਰਮੁਖ ਬਣੇ ਹੀ ਕੋਈ ਨਹੀਂ। ਹਜੇ ਤੇ ਤਨ ਕਰਕੇ ਹੀ ਜੁੜੇ ਆ, ਤਨ ਕਰਕੇ ਹੀ ਕੀਰਤਨ ਹੋ ਰਿਹਾ, ਕਥਾ ਹੋ ਰਹੀ ਹੈ, ਸੰਗਤ ਹੋ ਰਹੀ ਹੈ, ਸੇਵਾ ਹੋ ਰਹੀ ਹੈ। ਇਹ ਤਨ ਕਰਕੇ ਹੀ ਹੋ ਰਹੀ ਹੈ, ਪਰ ਰੋਗ ਤਾਂ ਮਨ ਨੂੰ ਲੱਗਾ ਹੋਇਆ ਹੈ। ਬਿਮਾਰੀ ਤਾਂ ਮਨ ਨੂੰ ਲੱਗੀ ਹੋਈ ਹੈ ਹਉਮੈ ਦੀ। ਜੇ ਬਿਮਾਰੀ ਮਨ ਨੂੰ ਲੱਗੀ ਹੈ ਤੇ ਫਿਰ ਸਾਨੂੰ ਗੁਰੂ ਦੇ ਚਰਨਾਂ ਵਿੱਚ ਕਥਾ, ਕੀਰਤਨ, ਸੇਵਾ, ਸਿਮਰਨ, ਸਤ ਸੰਗ ਇਹ ਮਨ ਕਰਕੇ ਜੁੜਨਾ ਪੈਣਾ ਹੈ। ਜੇ ਮਨ ਨਹੀਂ ਗੁਰੂ ਸਾਹਿਬ ਦੇ ਅੱਗੇ ਰੱਖਾਂਗੇ ਤੇ ਫਿਰ ਇਲਾਜ ਕਿਵੇਂ ਹੋਏਗਾ? ਫਿਰ ਹਉਮੈ ਦੀ ਬਿਮਾਰੀ ਤੋਂ ਛੁਟਕਾਰਾ ਕਿਵੇਂ ਮਿਲੇਗਾ? ਫਿਰ ਹਉਮੈ ਦੀ ਬਿਮਾਰੀ ਤੋਂ ਛੁਟਕਾਰਾ ਮਿਲ ਹੀ ਨਹੀਂ ਸਕਦਾ। ਡਾਕਟਰ ਸਾਹਿਬ ਕਹਿੰਦੇ ਆ ਵੀ ਤੇਰਾ ਆਪਰੇਸ਼ਨ ਕਰਨਾ ਪੈਣਾ, ਤੇ ਮਰੀਜ਼ ਕਹਿੰਦਾ ਵੀ ਡਾਕਟਰ ਸਾਹਿਬ ਮੈਂ ਆਪਰੇਸ਼ਨ ਨਹੀਂ ਕਰਾਉਣਾ। ਉਹ ਕਹਿੰਦੇ ਵੀ ਜੇ ਨਹੀਂ ਕਰਾਏਗਾ ਤੇ ਜ਼ਹਿਰ ਫੈਲਦੀ ਜਾਣੀ ਹੈ ਅੰਦਰ। ਆਪਰੇਸ਼ਨ ਹੋਣਾ ਬੜਾ ਜ਼ਰੂਰੀ ਹੈ, ਕਿਉਂਕਿ ਜਿਹੜੀ ਤੇਰੇ ਅੰਦਰ ਜ਼ਹਿਰ ਫੈਲ ਰਹੀ ਹੈ ਨਾ, ਇਹਨੂੰ ਸਮੇਂ ਸਿਰ ਕੰਟਰੋਲ ਕਰਨਾ ਬੜਾ ਜ਼ਰੂਰੀ ਹੈ। ਤੇ ਮਰੀਜ਼ ਕਹਿੰਦਾ ਵੀ ਨਹੀਂ, ਜਿੱਦ ਕਰਦਾ ਵੀ ਮੈਂ ਨਹੀਂ ਆਪਰੇਸ਼ਨ ਕਰਾਉਣਾ। ਡਾਕਟਰ ਕਹਿੰਦਾ ਕਰਾਉਣਾ ਪੈਣਾ। ਤੇ ਫਿਰ ਜੇ ਉਹ ਨਹੀਂ ਡਾਕਟਰ ਦੀ ਗੱਲ ਮੰਨਦਾ, ਫਿਰ ਜ਼ਹਿਰ ਫੈਲ ਗਈ ਤੇ ਨੁਕਸਾਨ ਕਿਹਦਾ ਹੋਇਆ? ਉਸ ਮਰੀਜ਼ ਦਾ ਹੀ ਨੁਕਸਾਨ ਹੋਇਆ ਨਾ। ਗੁਰੂ ਸਾਹਿਬ ਕਹਿੰਦੇ ਆ ਵੀ ਤੇਰਾ ਮਨ ਰੋਗੀ ਹੋਇਆ ਪਿਆ ਹੈ, ਭਿਆਨਕ ਭਿਆਨਕ ਰੋਗ ਲੱਗੇ ਪਏ ਨੇ। ਜੇ ਕੈਂਸਰ ਦਾ ਰੋਗ ਸੁਣਦੇ ਆ ਤੇ ਅਸੀਂ ਕਹਿੰਦੇ ਆ ਵਾਹਿਗੁਰੂ ਇਹੋ ਜਿਹਾ ਰੋਗ ਕਿਸੇ ਨੂੰ ਨਾ ਲੱਗੇ। ਤੇ ਹਉਮੈ ਦਾ ਰੋਗ ਵੀ ਆਪਾਂ ਕਿਹਾ ਕਰੀਏ ਕਿ ਵਾਹਿਗੁਰੂ ਜੀ ਇਹ ਵੀ ਕੈਂਸਰ ਹੈ, ਇਹ ਵੀ ਕੋੜ ਹੈ ਜਿਹੜਾ ਮਨ ਨੂੰ ਲੱਗਾ ਹੋਇਆ। ਤੇ ਗੁਰੂ ਸਾਹਿਬ ਕਿਸੇ ਨੂੰ ਇਹ ਕੋੜ ਨਾ ਲੱਗੇ ਮਨ ਕਰਕੇ। ਇਹ ਹਉਮੈ ਦਾ ਕੈਂਸਰ ਕਿਸੇ ਨੂੰ ਇਹ ਬਿਮਾਰੀ ਨਾ ਹੋਵੇ, ਸਾਰੇ ਹੀ ਹਉਮੈ ਤੋਂ ਰਹਿਤ ਹੋ ਜਾਣ। ਇਸ ਲਈ ਸਾਹਿਬ ਕਹਿੰਦੇ ਆ ਵੀ ਤੇਰੇ ਤਨ ਦੇ ਬਿਮਾਰੀ ਨਹੀਂ, ਤੇਰੇ ਮਨ ਵਿੱਚ ਇਹ ਬਿਮਾਰੀ ਹੈ, ਤੇ ਤੇਰਾ ਇਲਾਜ ਵੀ ਮਨ ਕਰਕੇ ਹੀ ਹੋਣਾ। ਸ਼ਬਦ ਨੂੰ ਮਨ ਕਰਕੇ ਕਮਾ। ਸ਼ਬਦ ਦਾ ਅਸਰ ਤੇਰੇ ਮਨ ਤੇ, ਦਵਾਈ ਦਾ ਅਸਰ ਅੰਦਰ ਹੋਏਗਾ ਤਾਂ ਹੀ ਤੇ ਰੋਗ ਬਿਮਾਰੀ ਠੀਕ ਹੋਏਗੀ। ਜੇ ਦਵਾਈ ਦਾ ਅਸਰ ਹੀ ਨਾ ਹੋਇਆ ਤੇ ਬਿਮਾਰੀ ਕਿੱਥੋਂ ਠੀਕ ਹੋਣੀ ਆ? ਜੇ ਸ਼ਬਦ ਦਾ ਅਸਰ ਮਨ ਤੇ ਹੋਏਗਾ ਤਾਂ ਹੀ ਮਨ ਮੈਂ ਕਰਨਾ ਛੱਡੇਗਾ। ਹੁਣ ਜਿਹੜੇ ਗੁਰਮੁਖ ਅਸਲ ਦੇ ਵਿੱਚ ਨੇ, ਜਿਹੜੇ ਅਸਲ ਵਿੱਚ ਗੁਰਮੁਖ ਗੁਰੂ ਦੇ ਸਨਮੁਖ ਰਹਿਣ ਵਾਲੇ ਨੇ, ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਗੁਰਮੁਖ ਉਹਨੂੰ ਸਮਝ ਆ ਗਈ, ਸੋਝੀ ਆ ਗਈ, ਆਪੇ ਕਰੇ ਕਰਾਏ। ਉਹ ਅਕਾਲ ਪੁਰਖ ਆਪ ਹੀ ਬਖਸ਼ਿਸ਼ ਕਰਨ ਵਾਲਾ, ਆਪ ਹੀ ਕਰਾਉਣ ਵਾਲਾ ਹੈ। ਉਹਦੇ ਵਿੱਚ ਸਾਡਾ ਕੋਈ ਰੋਲ ਨਹੀਂ ਹੈ। ਮੈਂ ਐਵੇਂ ਹੀ ਆਪਣੇ ਮੈਂ ਕਰੀ ਜਾਣਾ, ਕਰਨ ਵਾਲਾ ਵੀ ਉਹ, ਕਰਵਾਉਣ ਵਾਲਾ ਵੀ ਉਹ ਹੈ। ਇਸ ਲਈ ਜਿਹੜਾ ਗੁਰਮੁਖ ਬਣ ਗਿਆ, ਉਸ ਗੁਰਮੁਖ ਨੂੰ ਇਹ ਗੱਲ ਸਮਝ ਵਿੱਚ ਆ ਗਈ ਕਿ ਆਪੇ ਕਰੇ ਕਰਾਏ। ਗੁਰਮੁਖ ਹਿਰਦੈ ਉਠਾ ਆਪ ਆਏ। ਕਿਉਂਕਿ ਗੁਰਮੁਖ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਤਰੁੱਠ ਕੇ ਆਪ ਆ ਗਏ। ਜਿਹੜੇ ਧਰਮ ਦੇ ਨਾਮ ਤੇ ਬਾਹਰੋਂ ਕਰਮ ਕਾਂਡ ਕਰਦੇ ਰਹਿੰਦੇ ਆ, ਸਾਰੀ ਜ਼ਿੰਦਗੀ ਕਰਦੇ ਆ, ਉਹਨਾਂ ਦੇ ਹਿਰਦਿਆਂ 'ਚ ਉਹ ਕਦੇ ਤਰੁੱਠ ਕੇ ਨਹੀਂ ਆਉਂਦਾ। ਪਰ ਜਿਨ੍ਹਾਂ ਨੇ ਗੁਰਮੁਖ ਬਣ ਕੇ ਸ਼ਬਦ ਦਾ ਅਭਿਆਸ ਕਰਦਿਆਂ ਅੰਦਰ ਨੂੰ ਨਿਰਮਲ, ਅੰਦਰ ਨੂੰ ਪਵਿੱਤਰ ਕਰ ਲਿਆ, ਵਾਹਿਗੁਰੂ ਤਰੁੱਠ ਕੇ ਉਹਨਾਂ ਦੇ ਹਿਰਦੇ ਵਿੱਚ ਆਉਂਦੇ ਆ।
ਕਿਉਂਕਿ ਉਹਨਾਂ ਨੇ ਆਪਣਾ ਹਿਰਦਾ ਅੰਦਰੋਂ ਦੀ ਸ਼ੁੱਧ ਕਰ ਲਿਆ, ਪਵਿੱਤਰ ਕਰ ਲਿਆ। ਅਸੀਂ ਹਜੇ ਬਾਹਰੋਂ ਹੀ ਸ਼ੁੱਧ ਤੇ ਬਾਹਰੋਂ ਹੀ ਪਵਿੱਤਰ ਹੋਣ ਤੇ ਲੱਗੇ ਹਾਂ, ਬਸ ਇਹ ਫਰਕ ਹੈ। ਭਗਤ ਦੇ ਹਿਰਦੇ ਵਿੱਚ ਤੁਰੁੱਠ ਕੇ ਆ ਗਏ ਵਾਹਿਗੁਰੂ, ਤੇ ਸੰਸਾਰੀ ਰੋਜ਼ ਤਰਲੇ ਮਿੰਨਤਾਂ ਕਰਦਾ ਪਿਆ ਕਿ ਮੇਰੇ ਹਿਰਦੇ ਵਿੱਚ ਵਾਹਿਗੁਰੂ ਜੀ ਆਓ, ਪਰ ਵਾਹਿਗੁਰੂ ਆਉਂਦੇ ਕਿਉਂ ਨਹੀਂ? ਕਿਉਂਕਿ ਸੰਸਾਰੀ ਦਾ ਹਜੇ ਹਿਰਦਾ ਤ੍ਰੈ ਗੁਣੀ ਜਾਲ ਵਿੱਚ ਫਸ ਕੇ ਅੰਦਰੋਂ ਮੈਲਾ ਹੋਇਆ ਪਿਆ ਹੈ। ਇਹ ਵੀ ਇੱਕ ਦਿਨ ਜ਼ਿਕਰ ਕੀਤਾ ਸੀ ਕਿ ਬਾਬਾ ਫਰੀਦ ਸਾਹਿਬ ਕਹਿੰਦੇ ਜਿਹੜੀ ਮੈਨੂੰ ਸਮਝ ਆਈ ਆ ਨਾ, ਉਹ ਇਹ ਹੈ ਕਿ ਸਾਰੀ ਦੁਨੀਆ ਰੱਬ ਨੂੰ ਪਾਉਣ ਲਈ ਲੱਗੀ ਹੋਈ ਹੈ। ਕੋਈ ਕੰਨਾਂ 'ਚ ਮੁੰਦਰਾਂ ਪਾ ਕੇ, ਕੋਈ ਤਨ ਤੇ ਭਭੂਤੀ ਮਲ ਕੇ, ਕੋਈ ਭੁੱਖਾ ਰਹਿ ਕੇ, ਕੋਈ ਪੁੱਠਾ ਲਟਕ ਕੇ, ਕੋਈ ਤੀਰਥਾਂ ਤੇ ਜਾ ਕੇ, ਕੋਈ ਕਿਸੇ ਦਾ ਕਰਮ ਕਰਕੇ, ਸਾਰੇ ਹੀ ਰੱਬ ਨੂੰ ਪਾਉਣਾ ਚਾਹੁੰਦੇ ਆ। ਪਰ ਬਾਬਾ ਫਰੀਦ ਸਾਹਿਬ ਕਹਿੰਦੇ ਮੈਨੂੰ ਤਾਂ ਇਹ ਸਮਝ ਆਈ ਕਿ ਰੱਬ ਜੀ ਕਹਿੰਦੇ ਮੈਨੂੰ ਪਾਉਣ ਦੀ ਲੋੜ ਹੀ ਕੀ ਹੈ ਤੁਹਾਨੂੰ? ਤੁਸੀਂ ਜਿਹੜਾ ਕਰਮ ਕਰਨਾ ਉਹ ਕਰਮ ਕਰੋ, ਮੈਨੂੰ ਪਾਉਣ ਵਾਸਤੇ ਤੁਸੀਂ ਧਿਆਨ ਇਸ ਪਾਸੇ ਨਾ ਲਾਓ। ਤੁਸੀਂ ਧਿਆਨ ਲਾਓ ਕਿ ਮੈਂ ਆਪਣਾ ਹਿਰਦਾ ਕਿਵੇਂ ਪਵਿੱਤਰ ਕਰਨਾ ਹੈ, ਮੈਂ ਆਪਣੇ ਅੰਦਰ ਨੂੰ ਕਿਵੇਂ ਪਵਿੱਤਰ ਕਰਨਾ ਹੈ। ਜਿਸ ਦਿਨ ਹਿਰਦਾ ਪਵਿੱਤਰ ਹੋ ਜਾਏਗਾ, ਮੈਂ ਆਪੇ ਹੀ ਆ ਕੇ ਤੁਹਾਡੇ ਹਿਰਦੇ 'ਚ ਬਹਿ ਜਾਵਾਂਗਾ। ਸਫਾਈ ਦੀ ਲੋੜ ਹੈ, ਆਪਣੇ ਅੰਦਰ ਨੂੰ ਸਾਫ਼ ਕਰਨ ਦੀ ਲੋੜ ਹੈ, ਬਸ ਉਹ ਆਪੇ ਹੀ ਪਰਮੇਸ਼ਵਰ ਦਾ ਮਿਲਾਪ ਹੋ ਜਾਣਾ। ਪਰ ਹੁਣ ਅੰਦਰ ਦੇਖੋ ਸਫਾਈ, ਜੇ ਅਸੀਂ ਘਰ ਵਿੱਚ ਗੁਰੂ ਸਾਹਿਬ ਜੀ ਨੂੰ ਲੈ ਕੇ ਜਾਣਾ ਹੋਵੇ ਤੇ ਪਹਿਲਾਂ ਘਰ ਦੀ ਸਫਾਈ ਕਰਦੇ ਹਾਂ, ਚੰਗੀ ਤਰ੍ਹਾਂ ਘਰ ਨੂੰ ਅੰਦਰੋਂ ਬਾਹਰੋਂ ਸਾਫ਼ ਕਰਦੇ ਹਾਂ, ਕਿਉਂਕਿ ਗੁਰੂ ਸਾਹਿਬ ਨੇ ਆਉਣਾ। ਇਹ ਤੇ ਨਹੀਂ ਵੀ ਪਹਿਲਾਂ ਗੁਰੂ ਸਾਹਿਬ ਆਏ ਤੇ ਫਿਰ ਸਫਾਈ ਕੀਤੀ। ਕਦੇ ਇਸ ਤਰ੍ਹਾਂ ਹੋਇਆ ਕਿ ਘਰ ਦੇ ਵਿੱਚ ਗੁਰੂ ਸਾਹਿਬ ਪਹਿਲਾਂ ਲੈ ਕੇ ਆਏ ਆ ਤੇ ਸਫਾਈ ਬਾਅਦ ਵਿੱਚ? ਨਹੀਂ, ਪਹਿਲਾਂ ਆਪਣੇ ਘਰ ਕਮਰੇ ਨੂੰ ਸਵਾਰਦੇ ਆ, ਫਿਰ ਗੁਰੂ ਸਾਹਿਬ ਜੀ ਨੂੰ ਲੈ ਕੇ ਆਉਂਦੇ ਆ। ਇਸੇ ਤਰ੍ਹਾਂ ਪਰਮੇਸ਼ਵਰ ਸਾਡੇ ਹਿਰਦੇ ਰੂਪੀ ਘਰ ਵਿੱਚ ਆਪ ਹੀ ਉਹਨੇ ਆ ਜਾਣਾ, ਪਰ ਘਰ ਦੇ ਕਮਰੇ ਦੀ ਸਫਾਈ ਚਾਹੀਦੀ ਹੈ। ਬਾਬਾ ਫਰੀਦ ਸਾਹਿਬ ਦੇ ਬਚਨ ਤੁਹਾਡੇ ਨਾਲ ਸਾਂਝੇ ਕੀਤੇ ਹੋਏ ਆ, ਆਪ ਸਵਾਰੈ ਮੈਂ ਮਿਲੈ। ਇਹ ਪਰਮੇਸ਼ਵਰ ਨੇ ਬਾਬਾ ਫਰੀਦ ਸਾਹਿਬ ਨੂੰ ਕਿਹਾ, ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੈ ਤਾਂ ਸਭ ਜਗ ਤੇਰਾ ਹੋਏ। ਇਸ ਲਈ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਗੁਰਮੁਖ ਮੈਂ ਦੀ ਬੋਲੀ ਨਹੀਂ ਬੋਲਦਾ, ਉਹ ਕਹਿੰਦਾ ਆਪੇ ਕਰੇ ਕਰਾਏ, ਆਪ ਹੀ ਪਰਮੇਸ਼ਵਰ ਕਰਨ ਵਾਲਾ ਤੇ ਕਰਵਾਉਣ ਵਾਲਾ ਹੈ। ਪਰ ਇਹ ਕਿਉਂ? ਕਿਉਂਕਿ ਉਹਦੇ ਹਿਰਦੇ ਵਿੱਚ ਤੁਰੁੱਠ ਕੇ ਆਪ ਵਾਹਿਗੁਰੂ ਜੀ ਨੇ ਆਪਣਾ ਵਾਸਾ ਕਰ ਲਿਆ। ਉਹ ਤੁਰੁੱਠ ਕੇ ਆਏ, ਗੁਰਮੁਖ ਹਿਰਦੈ ਬੂਠਾ ਆਪ ਆਏ। ਗੁਰਮੁਖ ਦੇ ਹਿਰਦੇ ਵਿੱਚ ਉਹ ਆਪ ਤੁਰੁੱਠ ਕੇ ਵਾਹਿਗੁਰੂ ਜੀ ਆਏ ਨੇ। ਇਸ ਲਈ ਗੁਰਮੁਖ ਹੋਣਾ ਬੜਾ ਜ਼ਰੂਰੀ ਹੈ। ਤੇ ਗੁਰਮੁਖ ਦਾ ਮਤਲਬ ਹੈ ਆਪਣੇ ਅੰਦਰੋਂ ਦੀ ਮਾੜੀਆਂ ਆਦਤਾਂ ਨੂੰ ਛੱਡਣਾ, ਮਾੜੀ ਸੋਚ ਨੂੰ ਛੱਡਣਾ, ਆਪਣੇ ਅੰਦਰ ਦੇ ਮਾੜੇ ਕਰਮ ਦਾ ਤਿਆਗ ਕਰਨਾ। ਤਾਂ ਅਸੀਂ ਗੁਰਮੁਖ ਬਣਾਂਗੇ ਤੇ ਉਹ ਤੁਰੁੱਠ ਕੇ ਮਾਲਕ ਨੇ ਸਾਡੇ ਤੇ ਕਿਰਪਾ ਕਰਨੀ ਹੈ। ਤੇ ਜੇ ਅਸੀਂ ਕਹੀਏ ਮਹਾਰਾਜ ਅਸੀਂ ਤੁਹਾਡੇ ਸਿੱਖ ਹਾਂ, ਅਸੀਂ ਗੁਰਮੁਖ ਹਾਂ, ਤੇ ਅੰਦਰੋਂ ਭਾਂਡਾ ਮਲੀਨ ਹੋਇਆ ਪਿਆ ਹੋਵੇ, ਤੇ ਸਾਹਿਬ ਕਹਿੰਦੇ ਫਿਰ ਤੂੰ ਬਾਹਰੋਂ ਹੀ ਗੁਰਮੁਖ ਬਣਿਆ, ਤੇਰੀ ਰਹਿਤ ਬੈਤ ਵੇਖ ਕੇ ਤਾਂ ਨਹੀਂ ਲੱਗਦਾ ਵੀ ਤੂੰ ਗੁਰਮੁਖ ਹੈ। ਪਹਿਰਾਵਾ ਪਾ ਕੇ ਤੇ ਕੋਈ ਵੀ ਗੁਰਮੁਖ ਬਣ ਜਾਏਗਾ, ਧਰਮੀ ਬਣ ਜਾਏਗਾ। ਪਹਿਰਾਵਾ ਪਾ ਕੇ ਧਰਮੀ ਬਣਨਾ ਤੇ ਬੜਾ ਸੌਖਾ ਹੈ, ਪਰ ਅੰਦਰ ਧਰਮ ਦੇ ਗੁਣ ਵੀ ਤਾਂ ਹੋਣੇ ਚਾਹੀਦੇ ਆ। ਕੱਲੇ ਪਹਿਰਾਵੇ ਨਾਲ ਹੀ ਗੱਲ ਬਣਦੀ ਹੋਵੇ ਫਿਰ ਤੇ ਸਾਨੂੰ ਸ਼ੁਭ ਗੁਣਾਂ ਦੀ ਲੋੜ ਹੀ ਨਹੀਂ। ਤੇ ਕੱਲੇ ਪਹਿਰਾਵਾ ਤੇ ਜਿੱਥੋਂ ਮਰਜ਼ੀ ਲੈ ਕੇ ਪਾ ਲਓ, ਸਵਾ ਕੇ ਪਾ ਲਓ, ਪਹਿਰਾਵਾ ਤੁਹਾਨੂੰ ਧਰਮ ਦਾ ਹਰ ਥਾਂ ਤੋਂ ਮਿਲ ਜਾਏਗਾ, ਪਰ ਸ਼ੁਭ ਗੁਣ ਨਹੀਂ ਤੁਹਾਨੂੰ ਧਰਮੀ ਬਣਨ ਵਾਸਤੇ ਮਿਲਣੇ। ਇਸੇ ਲਈ ਮਹਾਰਾਜ ਨੇ ਕਿਹਾ ਸੀ ਕਿ ਮੈਨੂੰ ਰਹਿਤ ਵਾਲਾ ਸਿੱਖ ਚਾਹੀਦਾ ਹੈ, ਮੈਨੂੰ ਰਹਿਤ ਤੋਂ ਬਗੈਰ ਵਾਲਾ ਨਹੀਂ ਚਾਹੀਦਾ। ਮੈਨੂੰ ਨਾਮੀ ਸਿੱਖ ਨਹੀਂ ਚਾਹੀਦੇ, ਮੈਨੂੰ ਕਮਾਈ ਵਾਲੇ ਸਿੱਖ ਚਾਹੀਦੇ ਆ। ਅਸੀਂ ਰੌਲਾ ਪਾਉਂਦੇ ਹਾਂ ਅਸੀਂ ਗੁਰੂ ਦੇ ਸਿੱਖ ਹਾਂ, ਗੁਰੂ ਦੇ ਸਿੱਖ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਵੀ ਇਹ ਸਿੱਖ ਇੱਕ ਨੇ ਭੁਲੇਖਾ ਪਾ ਦਿੱਤਾ, ਮਹਾਰਾਜ ਜੇ ਮੈਨੂੰ ਤੁਸੀਂ ਦੱਸ ਦੇ ਕਿ ਮੈਂ ਆਨੰਦਪੁਰ ਸਾਹਿਬ ਪਹੁੰਚ ਜਾਂਦਾ ਤੇ ਤੁਹਾਨੂੰ ਆਨੰਦਪੁਰ ਸਾਹਿਬ ਛੱਡਣਾ ਹੀ ਨਹੀਂ ਸੀ ਪੈਣਾ।
ਤੁਹਾਡੇ 4 ਸਾਹਿਬਜ਼ਾਦੇ ਸ਼ਹੀਦ ਹੀ ਕੋਈ ਨਹੀਂ ਸੀ ਹੋਣੇ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਸਮਾਂ ਆਏਗਾ ਤੈਨੂੰ ਵੀ ਮੌਕਾ ਦੇ ਦਿਆਂਗੇ। ਜਦੋਂ ਇੱਕ ਸੱਜਣ ਬੰਦੂਕ ਲੈ ਕੇ ਆਇਆ ਤੇ ਸਤਿਗੁਰੂ ਮਹਾਰਾਜ ਕਹਿੰਦੇ ਦੇਖੀਏ ਇਹਦਾ ਨਿਸ਼ਾਨਾ ਠੀਕ ਲੱਗਦਾ ਕਿ ਨਹੀਂ ਲੱਗਦਾ। ਬੁਲਾਇਆ ਉਹਨੂੰ, ਕਹਿਣ ਲੱਗੇ ਤੂੰ ਵੀ ਆ ਜਾ ਤੇ ਆਪਣੇ ਸਿਪਾਹੀ ਵੀ ਲੈ ਕੇ ਆ ਜਾ ਜਿਹੜਾ ਤੂੰ ਮਾਣ ਕਰਦਾ ਸੀ ਆਪਣੇ ਤੇ ਜਦੋਂ ਇੰਨੀ ਗੱਲ ਕਹੀ ਤੇ ਪੈਰ ਕੰਬਣ ਲੱਗ ਪਏ, ਲੱਤਾਂ ਕੰਬਣ ਲੱਗ ਪਈਆਂ ਵੀ ਬੰਦੂਕ ਅੱਗੇ ਕਿਹੜਾ ਖਲੋਏਗਾ। ਜਦੋਂ ਗੁਰੂ ਸਾਹਿਬ ਨੇ ਆਵਾਜ਼ ਮਾਰੀ, ਗੁਰਮੁਖਾਂ ਨੂੰ ਆਵਾਜ਼ ਮਾਰੀ ਤੇ ਪਿਓ ਪੁੱਤਰ ਦੋਵੇਂ ਦੌੜੇ ਆਏ, ਇੱਕ ਦੂਜੇ ਤੋਂ ਅੱਡੀਆਂ ਚੁੱਕ ਚੁੱਕ ਕੇ ਕਹਿੰਦੇ ਆ ਮਹਾਰਾਜ ਮੈਨੂੰ ਨਿਸ਼ਾਨਾ ਲਾਓ, ਇਹ ਬੰਦੂਕ ਮੇਰੇ ਵੱਲ ਕਰਕੇ ਮੇਰੇ ਤੇ ਨਿਸ਼ਾਨਾ ਲਾਓ। ਪਿਤਾ ਕਹਿੰਦਾ ਮੇਰੇ ਤੇ, ਪੁੱਤਰ ਕਹਿੰਦਾ ਮੇਰੇ ਤੇ। ਸਤਿਗੁਰੂ ਕਹਿੰਦੇ ਆ ਹੈ ਗੁਰਮੁਖ ਕਮਾਈ ਵਾਲੇ, ਇਹ ਨਾਮੀ ਸਿੱਖ ਨਹੀਂ, ਇਹ ਕਮਾਈ ਵਾਲੇ ਗੁਰਮੁਖ ਨੇ। ਇਹਨਾਂ ਨੇ ਕੇਵਲ ਪੜਿਆ ਨਹੀਂ, ਇਹਨਾਂ ਨੇ ਕਮਾਇਆ ਹੈ। ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਇਹ ਉਹ ਕਮਾਉਣ ਵਾਲੇ। ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਕਮਾਇਆ, ਉਹ ਕਹਿੰਦੇ ਉਹ ਆਪ ਹੀ ਕਰਤਾ ਕਰਨ ਕਰਾਉਣ ਵਾਲਾ ਹੈ। ਉਹਨਾਂ ਦੇ ਹਿਰਦੇ ਵਿੱਚ ਆਪ ਤਰੁੱਠ ਕੇ ਵਾਹਿਗੁਰੂ ਜੀ ਆਉਂਦੇ ਹਨ। ਨਾਨਕ ਗੁਰੂ ਅਮਰਦਾਸ ਜੀ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਇਸ ਲਈ ਗੁਰੂ ਕੇ ਪਿਆਰਿਓ, ਇਹ ਸੰਸਾਰ ਦੇ ਜੀਵ ਪ੍ਰਾਣੀਓ, ਤੁਹਾਨੂੰ ਨਾਮ ਵਿੱਚੋਂ ਵਡਿਆਈ ਮਿਲਣੀ ਹੈ। ਨਾਮ ਮੰਮੇ ਨੂੰ ਸਿਆਰੀ, ਤੁਹਾਨੂੰ ਨਾਮ ਵਿੱਚੋਂ ਵਡਿਆਈ, ਇੱਜ਼ਤ ਮਾਣ ਪਿਆਰ ਸਤਿਕਾਰ ਮਿਲਣਾ। ਪਰ ਪੂਰੇ ਗੁਰ ਤੇ ਪਾਵਣਿਆ, ਉਹ ਸੱਚਾ ਨਾਮ ਤੁਹਾਨੂੰ ਪੂਰੇ ਗੁਰੂ ਤੋਂ ਮਿਲਣਾ ਹੈ। ਇਸ ਲਈ ਆਪ ਵੀ ਜੁੜੀਏ, ਹੋਰਾਂ ਨੂੰ ਵੀ ਜੋੜੀਏ, ਆਪ ਵੀ ਗੁਰਮੁਖ ਬਣ ਕੇ ਕਮਾਈ ਕਰੀਏ, ਹੋਰਾਂ ਨੂੰ ਵੀ ਪ੍ਰੇਰੀਏ ਵੀ ਆਓ ਪੂਰੇ ਗੁਰੂ ਦੇ ਚਰਨੀ ਲੱਗ ਕੇ ਸ਼ਬਦ ਨੂੰ ਕਮਾ ਕੇ ਆਪਣਾ ਜੀਵਨ ਗੁਰਮੁਖ ਵਾਲਾ ਬਣਾ ਕੇ ਅਸੀਂ ਇਸ ਜੰਮ ਕਾਲ ਤੋਂ, ਇਸ ਦੁੱਖਾਂ ਤੋਂ ਸਦਾ ਲਈ ਛੁਟਕਾਰਾ ਪਾ ਸਕਦੇ ਹਾਂ। ਆਪ ਵੀ ਆਪਾਂ ਗੁਰੂ ਘਰ ਆਵੀਏ ਤੇ ਦੂਜਿਆਂ ਨੂੰ ਵੀ ਪ੍ਰੇਰ ਕੇ ਲਿਆਈਏ ਤੇ ਰਲ ਮਿਲ ਕੇ ਗੁਰੂ ਸਾਹਿਬ ਕੋਲੋਂ ਨਾਮ ਦੀ ਖੈਰ ਨਿਤ ਮੰਗਣੀ ਹੈ ਤੇ ਮੰਗਦੇ ਰਹੀਏ। ਆਪਣਾ ਨਾਮ ਦਿਓ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਅਸੀਂ ਵੀ ਗੁਰਮੁਖ ਬਣ ਕੇ ਸ਼ਬਦ ਦੀ ਕਮਾਈ ਕਰਦਿਆਂ, ਬਾਣੇ ਤੇ ਬਾਣੀ ਦੇ ਰੰਗ ਵਿੱਚ ਰੰਗਦਿਆਂ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣਾ ਸਕੀਏ। ਤੁਹਾਨੂੰ ਸਭਨਾਂ ਨੂੰ ਗੁਰੂ ਪਾਤਸ਼ਾਹ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਜੀ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਸਤਿਗੁਰੂ ਜੀ ਬਖਸ਼ ਦੇਣ, ਮਿਹਰ ਦਾ ਹੱਥ ਰੱਖਣ। ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੈ ਉਠਾ ਆਪ ਆਏ। ਨਾਨਕ ਨਾਮ ਮਿਲੈ ਵਡਿਆਈ,
ਪੂਰੇ ਗੁਰ ਤੇ ਪਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।